ਇੱਕ ਵੱਡੀ ਕਾਰਵਾਈ ਹੋਈ ਹੈ, ਤੁਸੀਂ ਬੜੀ ਦੇਰ ਦੇ ਲੱਗੇ ਸੀਗੇ ਇਸ ਪੂਰੇ ਵਿਵਾਦ ਦੇ ਵਿੱਚ। ਤੁਹਾਡਾ ਨਾਮ ਵੀ ਆ ਰਿਹਾ ਸੀਗਾ, ਰਣਜੀਤ ਸਿੰਘ ਔਰ ਉਹਨਾਂ ਦਾ ਨਾਮ ਆ ਰਿਹਾ ਸੀਗਾ। ਦੇਖੋ ਇਹ ਜਿਹੜੀ ਕਾਰਵਾਈ ਆ, ਜਿੱਦਾਂ ਪਤਾ ਨਹੀਂ ਚੋਰ ਨੂੰ ਆਪਣਾ ਹੀ ਡਰ ਹੁੰਦਾ ਨਾ, ਉਹਨਾਂ ਰਣਜੀਤ ਸਿੰਘ ਜੀ ਉਹਨਾਂ ਆਪ ਹੀ ਵਧਾਈ ਹੈ। ਹੁਣ ਅਸੀਂ ਤਾਂ ਠਹਿਰੇ ਹੋਏ ਸੀ 6 ਤਰੀਕ ਨੂੰ ਜਾ ਕੇ ਉੱਥੇ ਸੱਦਿਆ ਗਿਆ ਸੀ ਸਾਨੂੰ, ਮਤਲਬ ਕਿ 5 ਪਿਆਰਿਆਂ ਵੱਲੋਂ ਕਹਿ ਲਓ ਅਕਾਲ ਤਖ਼ਤ ਉੱਤੇ, ਔਰ 4 ਤਰੀਕ ਨੂੰ ਪਹੁੰਚ ਗਏ ਸੀ। ਜਦ ਅਸੀਂ ਰਾਤ ਉੱਥੇ ਠਹਿਰੇ ਹਾਂ, ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਠਹਿਰੇ ਕਿੱਥੇ ਆ। ਇਹ ਸ਼ਾਮੀ ਪੁਲਿਸ ਲੈ ਕੇ ਤੇ ਲੱਭਦੇ ਰਹੇ ਸਨ। ਹੁਣ ਪੁਲਿਸ ਲੈ ਕੇ ਲੱਭਣ ਦਾ ਕੀ ਕੰਮ ਸੀ? ਇਹ ਸਾਡੇ ਕੌਮ ਦੇ ਜਿਨ੍ਹਾਂ ਨੂੰ ਅਸੀਂ ਤਾਜ ਮੰਨਦੇ ਹਾਂ, ਉਹਨਾਂ ਜਾ ਕੇ ਥਾਣੇ ਦੇ ਵਿੱਚ ਪਰਚਾ ਦਰਜ ਕਰਾਤਾ ਮੇਰੇ ਤੇ। ਤੁਹਾਡੇ ਤੇ ਦਰਜ ਕਰਵਾਇਆ? ਮੇਰੇ ਤੇ ਪਰਚਾ ਦਰਜ ਕਰਾਤਾ। ਦਰਜ ਕੀ ਕਰਾਤਾ ਵੀ ਕਿਸੇ ਢੰਗ ਨਾਲ ਇਹ ਤਖ਼ਤ ਸਾਹਿਬ ਤੇ ਨਹੀਂ ਜੇ ਪਹੁੰਚਣੇ ਚਾਹੀਦੇ। ਇੱਕ ਤਾਂ ਸ਼ਰਧਾਲੂ ਤੁਹਾਨੂੰ 2-2, 3-3 ਕਰੋੜ ਦੀਆਂ ਚੀਜ਼ਾਂ ਭੇਟ ਕਰੇ, ਠੀਕ ਹੈ, ਤੇ ਦੂਜਾ ਤੁਸੀਂ ਸ਼ਰਧਾਲੂ ਦੇ ਉੱਤੇ ਪਰਚਾ ਦਰਜ ਕਰਾ ਦਿਓ। ਜਿਹੜਾ ਸਭ ਤੋਂ ਵੱਡਾ ਕੰਮ ਹੋਇਆ ਕਿ ਜਦੋਂ ਵਿਵਾਦ ਛਿੜਿਆ ਨਾ, ਤੇ ਮੈਨੂੰ ਫੋਨ ਇੱਕ ਨਹੀਂ ਹਜ਼ਾਰਾਂ ਹੀ ਫੋਨ ਆ ਗਏ, ਹਜ਼ਾਰਾਂ, ਕਿ ਮੇਰੇ ਕੋਲ ਪਿੰਨ ਡਰਾਈਵਾਂ ਦਾ ਡੱਬਾ ਭਰਿਆ ਪਿਆ, ਉਹ ਮੁੱਕ ਗਿਆ ਰਿਕਾਰਡਿੰਗ ਕਰ ਕਰਕੇ। ਕਿ ਇਹ ਜੀ ਇੱਥੇ ਆਏ ਸੀ, ਪਿੰਡ ਬਾਜਪੁਰ ਹੈ ਜੀ, ਜ਼ਿਲ੍ਹਾ ਝਾਰਖੰਡ ਹੈ ਜੀ, ਉਹਨਾਂ ਆਪਣਾ ਨਾਂ ਦੱਸਿਆ, ਮੈਂ ਆਪ ਬੋਲ ਰਿਹਾ ਸੀ। ਅਤੇ ਇਹਨਾਂ ਨੇ ਸਾਡੇ ਕੋਲੋਂ, ਅਸੀਂ ਸੜਦਾ ਸੀ, ਅਸੀਂ ਫੋਨ ਕੀਤਾ ਵੀ 10 ਕੁਇੰਟਲ ਭੇਜਣੀ ਆ ਕਣਕ, ਅਤੇ ਇਹਨਾਂ ਨੇ ਇੱਥੇ ਆਪਣਾ ਹੀ ਕੋਈ ਡੇਰਾ ਬਣਾਇਆ ਹੋਇਆ ਜੇ ਝਾਰਖੰਡ ਦੇ ਵਿੱਚ, ਅਤੇ ਕਹਿੰਦੇ ਉੱਥੇ ਛੱਡ ਆਓ। ਅਤੇ ਉਹ ਬਾਬਾ ਕੋਈ ਹੈਗਾ ਜੇ ਨਗਲੀ ਨੰਗ ਇੱਦਾਂ ਦਾ ਕੋਈ ਨਾਂ ਬਾਬੇ ਦਾ, ਠੀਕ ਹੈ, ਅਤੇ ਉੱਥੇ ਜਾ ਕੇ ਤੁਸੀਂ ਕਣਕ ਦੇ ਕੇ ਆ ਗਏ, ਸਾਡੀ ਕਣਕ ਨਹੀਂ ਜੇ ਪਟਨਾ ਸਾਹਿਬ ਪਹੁੰਚੀ, ਦੱਸੋ ਅਸੀਂ ਕਿੱਧਰ ਜਾਈਏ। ਇੱਕ ਮਿਸਟਰ ਅਨੂਪ ਖੁਰਾਣਾ ਸੀਗੇ ਦਿੱਲੀ ਦੇ, ਉਹਨਾਂ ਨੂੰ ਨਾ ਇੱਕ ਇਹਨਾਂ ਨੇ ਕਹਿੰਦੇ ਵੀ ਮੈਂ ਉੱਥੇ ਨਾ ਸਰਾਂ ਬਣਾ ਰਿਹਾ ਪਟਨਾ ਸਾਹਿਬ ਦੇ ਵਿੱਚ, ਤੁਸੀਂ ਜਿਹੜੀ ਆ ਨਾ ਉਹ ਸਰਾਂ ਦੀ ਤੁਹਾਡੇ ਇੱਕ ਕਮਰੇ ਦੀ ਸੇਵਾ ਤੁਹਾਡੀ ਹੈ, 10 ਲੱਖ ਰੁਪਈਆ। ਉਹਨਾਂ ਕਿਹਾ ਠੀਕ, 7 ਬਚਨ, ਇੱਕ ਸਿੰਘ ਸਾਹਿਬ ਹੈ, ਸਤਿਕਾਰ ਕਰਨਾ ਫਰਜ਼ ਬਣਦਾ ਹੈਗਾ ਨਾ। ਉਹਨਾਂ ਨੇ, ਉਹਨਾਂ ਦੀ ਮਾਤਾ ਜਿਹੜੀ ਸੀ ਬਹੁਤ ਗੁਰਸਿੱਖ ਸੀ, ਮੰਨਦੀ ਸੀ, ਉਹਨਾਂ ਨੇ ਉਸੇ ਵੇਲੇ 10 ਲੱਖ ਰੁਪਈਆ ਕੱਢਿਆ ਅਤੇ ਉਹਨਾਂ ਨੂੰ ਦੇ ਦਿੱਤਾ। ਪਰ ਅੱਗੇ ਗੌਰ ਸਾਹਿਬ ਸੀਗੇ, ਫਿਰ ਵੇਖੋ ਛੋਟੀ ਮੋਟੀ ਗੱਲ ਤਾਂ ਹੈ ਨਹੀਂ, ਜਿਹੜੇ ਕਾਰਸੇ ਵਾਲੇ ਬਾਬੇ ਹਰਬੰਸ ਸਿੰਘ ਨੇ ਉਹਨਾਂ ਦੀ ਪਰਚੀ ਕੱਟ ਕੇ ਦੇ ਦਿੱਤੀ। ਇਹ ਸ੍ਰੀ ਸਾਹਿਬ ਸੀ ਉਦੋਂ ਚੜਾਈ ਸੀਗੀ, ਉਹਦਾ ਵਿਵਾਦ ਕਿਵੇਂ ਪਤਾ ਲੱਗਾ, ਕਿਵੇਂ ਫਿਰ ਪਤਾ ਲੱਗਾ ਵੀ ਇਹਦੇ ਵਿੱਚ ਹੇਰਾਫੇਰੀ? ਇਹ ਜਨਵਰੀ ਦੇ ਵਿੱਚ ਚੜਾਈ ਹੋਈ ਸੀ। ਮੈਨੂੰ ਕੋਈ ਰਸੀਦ ਨਹੀਂ ਦਿੱਤੀ ਗਈ, ਕੋਈ ਚੈੱਕ ਨਹੀਂ ਕੀਤਾ ਗਿਆ, ਕੋਈ ਵੇਟ, ਕੋਈ ਕੁਛ ਕਰਾਇਆ ਹੀ ਨਹੀਂ ਗਿਆ। ਦੇਖੋ ਕਲਗੀ ਗਈ ਨੂੰ 2 ਸਾਲ ਹੋ ਚੱਲੇ ਨੇ, ਹਾਰ ਗਏ ਨੂੰ 8 ਮਹੀਨੇ ਹੋ ਗਏ ਨੇ, ਸ੍ਰੀ ਸਾਹਿਬ ਗਏ ਨੂੰ 8 ਮਹੀਨੇ ਹੋ ਗਏ ਆ, ਪਰ ਇਹਨਾਂ ਨੂੰ ਚੈੱਕ ਕਿਉਂ ਨਹੀਂ ਕਰਾਇਆ ਗਿਆ? ਪਰ ਮਸਲਾ ਤਾਂ ਇਸ ਚੀਜ਼ ਦਾ ਹੈਗਾ ਨਾ ਕਿ ਜਿਹੜੀ ਇਹਨਾਂ ਨੇ ਫਾਰਮੈਲਿਟੀ ਨਹੀਂ ਕੀਤੀ। ਹੁਣ ਕਿਉਂ ਨਹੀਂ ਕੀਤੀ, ਇਹ ਤਾਂ ਮੈਂ ਜਵਾਬ ਨਹੀਂ ਦੇ ਸਕਦਾ। ਇਹਦਾ ਮਤਲਬ ਵਿੱਚ ਕੁਛ ਨਾ ਕੁਛ ਕਾਲਾ ਸੀ। ਉਹਨੂੰ ਹੁਣ ਮੰਨ ਲਓ ਇੱਕ ਕਲਗੀ ਹੈ, ਅਤੇ ਕਲਗੀ ਨਾਲੋਂ ਕੋਈ ਵੀ ਇੰਨੀ ਚੀਜ਼ ਲਾ ਕੇ ਲੈ ਜਾਵੇ, ਠੀਕ ਹੈ, ਕੀ ਕਰਾਂਗੇ ਆਪਾਂ, ਜਿੰਨਾ ਚਿਰ ਉਹਦਾ ਵੇਟ ਹੀ ਨਹੀਂ ਕੀਤਾ ਗਿਆ। ਹੁਣ ਕੱਲ੍ਹ ਨੂੰ, ਅੱਜ ਕਮੇਟੀ ਹੈ, ਕੱਲ੍ਹ ਨੂੰ ਕਮੇਟੀ ਬਦਲ ਜੇਗੀ, ਦੂਸਰੇ ਨੂੰ ਕੀ ਹੈਂਡਓਵਰ ਕਰਾਂਗੇ ਆਪਾਂ? ਜਿਹੜਾ ਤੁਸੀਂ ਹੁਕਮਨਾਮਾ ਜਾਰੀ ਕੀਤਾ, ਜਦ ਸ੍ਰੀ ਸਾਹਿਬ ਦਾ ਵੇਟ ਜਿਹੜਾ ਨਾ ਮਾਤਰ ਸੋਨਾ ਨਹੀਂ ਕਰਿਆ, ਤੁਸੀਂ ਉਹਦੇ 'ਤੇ ਲਿਖ ਰਹੇ ਹੋ 1.25 ਸੇਰ ਸੋਨਾ ਦੀ ਸ੍ਰੀ ਸਾਹਿਬ। ਇੱਥੇ ਦੱਸੋ ਹੁਣ ਗੜਬੜ ਹੁਕਮਨਾਮੇ ਦੇ ਵਿੱਚ ਆ ਗਈ, ਅਤੇ ਹੁਕਮਨਾਮਾ ਹੀ ਸਿੱਖ ਵਾਸਤੇ ਹੈ, ਬਾਕੀ ਤਾਂ ਹੈ ਹੀ ਕੁਛ ਨਹੀਂ। ਹੁਕਮਨਾਮਾ, ਜੇ ਹੁਕਮਨਾਮਾ ਹੀ ਗਲਤ ਹੋਣ ਲੱਗ ਪਏ ਤਾਂ ਫਿਰ ਗੱਲ ਖਤਮ ਹੋ ਗਈ। ਫਿਰ ਦੂਸਰੀ ਉਲੰਘਣਾ ਬਹੁਤ ਵੱਡੀ ਉਹਦੇ ਵਿੱਚ ਇਹ ਸੀਗੀ ਕਿ ਜਿਹੜਾ ਹੁਕਮਨਾਮਾ ਸੀ ਉਹ 'ਤੇ 5 ਪਿਆਰਿਆਂ ਦੇ ਸਾਈਨ ਹਨ। ਦੇਖੋ 5 ਪਿਆਰਿਆਂ ਤੋਂ ਬਗੈਰ ਹੁਕਮਨਾਮਾ ਜਾਰੀ ਨਹੀਂ ਹੋ ਸਕਦਾ ਹੈਗਾ। ਇਹਦਾ ਮਤਲਬ ਤੇ ਇਹ ਹੋਇਆ ਵੀ ਰਣਜੀਤ ਸਿੰਘ ਜੋ ਮਰਜ਼ੀ ਹੁਕਮਨਾਮੇ ਜਾਰੀ ਕਰੀ ਜਾਵੇ। ਗੱਲ ਇਸ ਦੇ ਉੱਤੇ ਨਹੀਂ ਹੈਗੀ ਵੀ ਇਹਦਾ ਵੇਟ ਕਿੰਨਾ ਸੀ ਜਾਂ ਕਿੰਨਾ ਨਹੀਂ ਸੀ, ਕਿੰਨੇ ਬਣਾਈ ਸੀ, ਕਿੰਨੇ ਨਹੀਂ ਬਣਾਈ ਸੀ, ਉਹ ਇਸ਼ੂ ਨਹੀਂ ਹੈ। ਇਸ਼ੂ ਹੁਕਮਨਾਮੇ ਦਾ ਵਾ ਸਾਰਾ, ਵੀ ਹੁਕਮਨਾਮੇ 'ਤੇ ਤੁਸੀਂ ਲਿਖਿਆ ਹੈਗਾ, ਜੋ ਹੁਕਮਨਾਮੇ 'ਤੇ ਲਿਖਿਆ ਉਹ ਨਹੀਂ ਪਾਇਆ ਗਿਆ, ਬਸ ਗੱਲ ਇੰਨੀ ਆ। ਜੋ ਤੁਸੀਂ ਹੁਕਮਨਾਮਾ ਲਿਖਿਆ ਉਹ ਹੁਕਮਨਾਮੇ 'ਤੇ ਨਹੀਂ ਪਾਇਆ ਗਿਆ, ਠੀਕ ਹੈ। ਫਿਰ ਇਸ ਤੋਂ ਇਲਾਵਾ ਕਿਸੇ ਕੋ ਅਰਦਾਸ ਕਰਾਉਣ ਗਏ ਨੇ, ਉਹ ਕਹਿੰਦੇ ਜੀ ਅਰਦਾਸ ਕਰਾਈ ਅਤੇ ਇਹਨਾਂ ਨੇ ਚੁੱਕ ਕੇ ਪੈਸੇ ਬੋਝੇ ਵਿੱਚ ਪਾ ਲਏ, ਠੀਕ ਹੈ ਜੀ। ਅਰਦਾਸ ਕਰਕੇ ਤੇ ਗੋਲਕ ਵਿੱਚ ਪਾਉਣੇ ਸੀ, ਗੋਲਕ ਦੀ ਬਜਾਏ ਇਹਨਾਂ ਨੇ ਆਪਣੇ ਵਿੱਚ ਬੋਝੇ 'ਚ ਪਾ ਲਏ। ਕਿਤੇ ਨਾ ਕਿਤੇ ਇੱਕ ਵਿਸ਼ਵਾਸ ਵੀ ਟੁੱਟਦਾ, ਜੇ ਕੋਈ ਸ਼ਰਧਾਲੂ ਹੈ, ਸੇਵਾ ਕਰਦਾ ਹੈ, ਇੱਕ ਤਾਂ ਸੇਵਾ ਕਰਕੇ ਚਲੋ ਵਾਹਿਗੁਰੂ ਤੋਂ ਕੋਈ ਅਰਦਾਸ ਬੇਨਤੀ ਕਰਦਾ, ਇੱਧਰ ਤਾਂ ਮੈਨੂੰ ਲੱਗਦਾ ਕੰਮ ਵੀ ਠੱਪ ਹੋ ਗਿਆ। ਔਰ ਜੋ ਕੁਛ ਉੱਥੇ ਵਾਪਰਿਆ, ਜੋ ਕੁਛ ਉੱਥੇ ਹੋਇਆ ਹੈਗਾ,
ਉਹਦੇ ਨਾਲ ਇੱਥੋਂ ਤੱਕ ਹੈ ਕਿ ਸੰਗਤਾਂ ਦਾ ਜਿਹੜਾ ਵਿਸ਼ਵਾਸ ਸੀ ਨਾ ਉਹ ਇੰਨਾ ਉੱਠ ਗਿਆ ਹੋਇਆ ਵਾ, ਇੰਨਾ ਉੱਠ ਗਿਆ ਹੋਇਆ ਕਿ ਇੱਕ ਮੈਨੂੰ ਬਜ਼ੁਰਗ ਨਵਾਂ ਸ਼ਹਿਰ ਦੇ ਮਿਲੇ, ਕਹਿੰਦੇ ਜੀ ਅਸੀਂ ਨਾ ਹਰ ਸਮੇਂ ਇੱਥੇ ਜਦੋਂ ਮੇਰੇ ਬੱਚੇ ਬਾਹਰੋਂ ਆਉਂਦੇ ਸੀ ਨਾ ਇਹ ਲੱਖ ਲੱਖ ਰੁਪਇਆ ਗੋਲਕ 'ਚ ਪਾ ਕੇ ਜਾਂਦੇ ਸੀ, ਪਰ ਹੁਣ ਨਹੀਂ ਅਸੀਂ ਪਾਉਣਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਦੇ ਵੱਲੋਂ ਇੱਕ ਸ੍ਰੀ ਸਾਹਿਬ ਭੇਂਟ ਕੀਤੀ ਗਈ ਸੀ, ਜਿਸ ਨੂੰ ਲੈ ਕੇ ਇੱਕ ਵਿਵਾਦ ਵੀ ਛਿੜਿਆ। ਉੱਥੇ ਦੇ ਮੌਜੂਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਭ੍ਰਿਸ਼ਟਾਚਾਰ ਦੇ, ਜਿਨ੍ਹਾਂ ਦੇ ਉੱਤੇ ਕਾਰਵਾਈ ਕਰਦਿਆਂ ਪੰਜ ਪਿਆਰੇ ਸਾਹਿਬਾਨਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਗੌਰ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਪੂਰਾ ਮਸਲਾ ਕੀ ਸੀ, ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਹੋਈ ਹੈ, ਡਾਕਟਰ ਗੁਰਵਿੰਦਰ ਸਿੰਘ ਸਮਰਾ ਸਾਡੇ ਨਾਲ ਨੇ। ਸਮਰਾ ਸਾਹਿਬ, ਇੱਕ ਵੱਡੀ ਕਾਰਵਾਈ ਹੋਈ ਹੈ, ਤੁਸੀਂ ਬੜੀ ਦੇਰ ਦੇ ਲੱਗੇ ਸੀਗੇ ਇਸ ਪੂਰੇ ਵਿਵਾਦ ਦੇ ਵਿੱਚ, ਤੁਹਾਡਾ ਨਾਮ ਵੀ ਆ ਰਿਹਾ ਸੀਗਾ, ਰਣਜੀਤ ਸਿੰਘ ਗੌਰ ਉਹਨਾਂ ਦਾ ਨਾਮ ਆ ਰਿਹਾ ਸੀਗਾ, ਕਿਵੇਂ ਕਾਰਵਾਈ ਹੋਈ ਹੈ? ਦੇਖੋ, ਇਹ ਜਿਹੜੀ ਕਾਰਵਾਈ ਹੈ ਨਾ, ਜਿੱਦਾਂ ਪਤਾ ਨਹੀਂ ਚੋਰ ਨੂੰ ਆਪਣਾ ਹੀ ਡਰ ਹੁੰਦਾ ਨਾ, ਉਹਨਾਂ ਰਣਜੀਤ ਸਿੰਘ ਜੀ ਹੋਣਾ ਆਪ ਹੀ ਵਧਾਈ ਹੈ। ਮੈਨੂੰ ਉੱਥੇ ਜਦੋਂ ਕਰੀਬ 8 ਮਹੀਨੇ ਹੋ ਚੁੱਕੇ ਹੋਏ ਆ, ਮੈਨੂੰ ਉੱਥੋਂ ਫੋਨ ਆਇਆ, ਕਹਿੰਦੇ ਕਿ ਆਪਾਂ ਇਹਦੀ ਪੜਤਾਲ ਕਰਨੀ, ਤੁਸੀਂ ਆਓ। ਮੈਂ ਕਿਹਾ ਠੀਕ ਹੈ, ਮੈਂ ਆ ਜਾਣਾ, ਮੈਂ 6 ਤਰੀਕ ਨੂੰ ਆ ਜਾਣਾ। ਉਹਨਾਂ ਦੇ ਸਾਥੀ ਲਖਵਿੰਦਰ ਦਾ ਫੋਨ ਆਇਆ, ਮੈਂ ਠੀਕ ਹੈ, ਮੈਂ ਆ ਜਾਣਾ ਹੈਗਾ। ਬਾਅਦ ਵਿੱਚ ਮੈਨੂੰ ਸਾਡੇ ਸਤਿਕਾਰਯੋਗ ਜਿਹੜੇ ਨਹੀਂ ਰਹੇ ਪ੍ਰਧਾਨ ਅਵਤਾਰ ਸਿੰਘ ਜੀ ਹਿੱਤ, ਉਹਨਾਂ ਦਾ ਫੋਨ ਆਇਆ, ਇਹਦੇ ਸਾਹਮਣੇ ਤੁਸੀਂ 4 ਨੂੰ ਆ ਜਾਓ। ਮੈਂ ਕਿਹਾ ਮੈਂ 4 ਨੂੰ ਆ ਜਾਣਾ ਹੈਗਾ। ਉੱਥੇ ਸਾਡੀ ਮੇਰੀ ਸੋਹੀ ਸਾਹਿਬ ਨੇ ਤੇ ਪ੍ਰਧਾਨ ਸਾਹਿਬ ਦੀ ਆਪਸੀ ਗੱਲ ਸੀ ਕਿ ਆਪਾਂ ਤਿੰਨੇ ਉੱਥੇ ਇਕੱਠੇ ਹੋ ਕੇ ਮਿਲਾਂਗੇ ਪਹਿਲੇ। ਲੇਕਿਨ ਜਦੋਂ ਮੈਂ ਏਅਰਪੋਰਟ ਤੇ ਪਹੁੰਚਿਆ ਤੇ ਮੈਨੂੰ ਨਾਲ ਹੀ ਇਨਫੋਰਮੇਸ਼ਨ ਮਿਲ ਗਈ ਕਿ ਉੱਥੇ ਜਿਹੜਾ ਸਿੰਘ ਸਾਹਿਬ ਹੈ ਉਹ ਸਭ ਤੋਂ ਪਹਿਲੇ ਪਹੁੰਚਿਆ। ਮੈਂ ਕਿ ਵੀ ਮਨ ਸੋਚਿਆ ਵੀ ਜਿਹਦਾ ਬਈ ਕੋਈ ਗੱਲਬਾਤ ਤਕਰਾਰ ਚੱਲ ਰਿਹਾ, ਅਗਰ ਉਹ ਉੱਥੇ ਪਹੁੰਚਿਆ ਹੈਗਾ ਤਾਂ ਕੋਈ ਨਾ ਕੋਈ ਲਫ਼ਜ਼ ਮੇਰੇ ਕੋਲੋਂ ਬੋਲਿਆ ਜਾਏਗਾ ਜਾਂ ਉਹਨਾਂ ਕੋਲ ਬੋਲਿਆ ਜਾਏਗਾ, ਫਿਰ ਉਸ ਨਾਲੋਂ ਬਿਹਤਰ ਕਿ ਮੈਂ ਜਾਵਾਂ ਹੀ ਨਾ, ਮੈਂ ਉੱਥੇ ਜਾਣਾ ਹੀ ਠੀਕ ਨਹੀਂ ਸਮਝਿਆ। ਹੁਣ ਅਸੀਂ ਤਾਂ ਠਹਿਰੇ ਹੋਏ ਸੀ 6 ਤਰੀਕ ਨੂੰ ਜਾ ਕੇ ਉੱਥੇ ਸੱਦਿਆ ਗਿਆ ਸੀ ਸਾਨੂੰ, ਮਤਲਬ ਕਿ ਪੰਜ ਪਿਆਰਿਆਂ ਵੱਲੋਂ ਕਹਿ ਲਓ ਅਕਾਲ ਤਖ਼ਤ ਦੇ ਉੱਤੇ, ਔਰ 4 ਤਰੀਕ ਨੂੰ ਪਹੁੰਚ ਗਏ ਸੀ। ਜਦ ਅਸੀਂ ਰਾਤ ਉੱਥੇ ਠਹਿਰੇ ਹਾਂ, ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਠਹਿਰੇ ਕਿੱਥੇ ਆ। ਇਹ ਸ਼ਾਮੀ ਪੁਲਿਸ ਲੈ ਕੇ ਤੇ ਲੱਭਦੇ ਰਹੇ ਸਾਨੂੰ। ਹੁਣ ਪੁਲਿਸ ਲੈ ਕੇ ਲੱਭਣ ਦਾ ਕੀ ਕੰਮ ਸੀ? ਮੈਂ ਸਿੱਖਿਆ, ਮੈਂ 6 ਤਰੀਕ ਦਾ ਤੁਹਾਡਾ ਟਾਈਮ ਹੈ, 6 ਤਰੀਕ ਨੂੰ ਪਹੁੰਚਣਾ ਹੈਗਾ। ਇਹਨਾਂ ਦਾ ਇਹ ਸੀ ਵੀ ਕਿਸੇ ਢੰਗ ਨਾਲ ਇਹ ਤਖ਼ਤ ਸਾਹਿਬ ਤੇ ਨਾ ਪਹੁੰਚ ਸਕੇ। ਫਿਰ ਇੱਕ ਜਿਹੜੀ ਸਭ ਤੋਂ ਮੰਦਭਾਗੀ ਗੱਲ ਹੋਈ, ਅਜੇ ਤੱਕ ਸਿੱਖ ਹਿਸਟਰੀ ਵਿੱਚ ਨਹੀਂ ਹੋਈ, ਰੋਂਦਾ ਹੈ ਦਿਲ ਉਸ ਵੇਲੇ ਜਦੋਂ ਗੱਲ ਕਰੀਦੀ ਆ ਕਿ ਸਾਡੇ ਕੌਮ ਦੇ ਜਿਨ੍ਹਾਂ ਨੂੰ ਅਸੀਂ ਤਾਜ ਮੰਨਦੇ ਹਾਂ, ਉਹਨਾਂ ਜਾ ਕੇ ਥਾਣੇ ਦੇ ਵਿੱਚ ਪਰਚਾ ਦਰਜ ਕਰਾਤਾ ਮੇਰੇ ਤੇ। ਤੁਹਾਡੇ ਤੇ ਦਰਜ ਕਰਵਾਇਆ? ਮੇਰੇ ਤੇ ਪਰਚਾ ਦਰਜ ਕਰਾਤਾ। ਦਰਜ ਕੀ ਕਰਾਤਾ ਵੀ ਕਿਸੇ ਢੰਗ ਨਾਲ ਇਹ ਤਖ਼ਤ ਸਾਹਿਬ ਤੇ ਨਹੀਂ ਜੇ ਪਹੁੰਚਣੇ ਚਾਹੀਦੇ, ਪਰਚਾ ਦਰਜ ਕਰ ਲਓ ਭਾਵੇਂ। ਉਹ ਪਰਚਾ ਵੀ ਜੇਪੀ ਨੱਡਾ ਨੂੰ ਕਹਿ ਕੇ, ਜੇਪੀ ਨੱਡਾ ਨੂੰ ਕਿਹਾ। ਜੇਪੀ ਨੱਡਾ ਨੇ ਅੱਗੇ ਰਕੇਸ਼ ਕੁਮਾਰ ਯਾਦਵ ਉੱਥੇ ਐਮਐਲਏ, ਉਹਨਾਂ ਨੂੰ ਕਿਹਾ, ਉਹਨੂੰ ਕਿਹਾ ਵੀ ਜੋ ਵੀ ਇਹ ਕਹਿੰਦੇ ਆ ਕੱਟ ਦਿਓ। ਉੱਥੇ ਜਿਹੜੇ ਸਾਡੇ ਸੀਨੀਅਰ ਅਫਸਰ ਨੇ ਨਾ, ਉਹ ਬਹੁਤ ਹੀ ਵਧੀਆ ਆਦਮੀ ਨੇ, ਬਹੁਤ ਹੀ ਵਧੀਆ। ਇੱਕ ਸੀਨੀਅਰ ਅਫਸਰ ਦਾ ਮੈਨੂੰ ਰਾਤੀ ਫੋਨ ਆਇਆ, ਕਹਿੰਦੇ ਆਹ ਯਾਰ ਪੋਜੀਸ਼ਨ ਬਣੀ ਪਈ ਹੈ ਤੇ ਇਹ ਕਹਿੰਦੇ ਆ ਵੀ ਪਹੁੰਚਣ ਨਹੀਂ ਦੇਣਾ ਹੈਗਾ ਤੇ ਪਰਚਾ ਇੱਦਾਂ ਦਰਜ ਕਰ ਦਿੱਤਾ, ਜੇ ਕੋਈ ਰੈਸਟ ਪੈ ਗਈ ਵੀ ਮੁਸ਼ਕਿਲ ਹੋਏਗਾ, ਕੀ ਕਰਨਾ ਜੇ। ਤੇ ਮੈਂ ਫਿਰ ਇਹੀ ਜਦੋਂ ਤੁਸੀਂ ਮੈਨੂੰ ਤਖ਼ਤ ਸਾਹਿਬ ਤੇ ਪਹੁੰਚਣ ਨਹੀਂ ਦੇਣਾ ਤੇ ਫਿਰ ਮੈਂ ਇੱਧਰ ਨੂੰ ਜਾਣ ਦੀ ਬਜਾਏ ਇੱਧਰ ਨੂੰ ਚਲਾ ਜਾਂਦਾ। ਮੈਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ, ਮੈਂ ਇਹ ਕੀ ਹੋਇਆ? ਕਹਿੰਦਾ ਵੀ ਇਹ ਸਾਡੇ ਆਖੇ ਨਹੀਂ ਲੱਗਾ। ਸੋਹੀ ਸਾਹਿਬ ਨੇ ਇਹਦੇ ਗੜੀ ਹੱਥ ਤੱਕ ਜੋੜੇ ਆ, ਠੀਕ ਹੈ, ਪਰ ਇਹ ਨਹੀਂ ਆ। ਕਹਿੰਦੇ ਵੀ ਮੈਂ ਤੇ ਮਿੰਨਤਾਂ ਕਹਿ ਗਿਆ ਤੇ ਸੋਹੀ ਸਾਹਿਬ ਨੇ ਵੀ ਹੱਥ ਤੱਕ ਜੋੜੇ ਤੇ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ, ਇਹਦੇ ਕਰੋ, ਇਹ ਤਾਂ ਨਹੀਂ, ਮੈਂ ਇਹ ਕਰ ਦੂੰ, ਮੈਂ ਇਹ ਕਰ ਦੂੰ, ਉਹ ਕਰ ਦੂੰ। ਜੋ ਪ੍ਰਧਾਨ ਸਾਹਿਬ ਦੀ ਬਿਲਡਿੰਗ ਹੈ, ਜੋ ਉਹਨਾਂ ਦਾ। ਤੁਹਾਡੇ ਤੇ ਪਰਚਾ ਕੀ ਦਰਜ ਕਰਾਇਆ ਸੀਗਾ? ਐਵੇਂ ਹੀ 400 ਵੀ ਦੂਜਾ ਤੀਜਾ ਜੋ ਕੁਛ ਕਹਿ ਲਓ, ਬਹਾਨਾ ਲੱਭਾ, ਜੋ ਕੁਛ ਲਿਖਣਾ ਸੀ ਉਹਦਾ ਕੋਈ ਮੂੰਹ ਨਹੀਂ, ਕੋਈ ਸਿਰ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਠੀਕ ਹੈ ਜੀ, ਕੋਈ ਕੁਛ ਨਹੀਂ ਹੁੰਦਾ। ਉਹ ਕੋਈ ਢਿੱਲਾ ਪ੍ਰਧਾਨ ਸਾਹਿਬ ਨੇ ਲਿਖ ਕੇ ਦੇ ਦਿੱਤਾ ਹੋਇਆ ਵੀ ਕਿਸੇ ਸ਼ਰਧਾਲੂ ਦੇ ਪਰਚੇ ਥੋੜ੍ਹੀ ਬਣਦੇ ਆ। ਇੱਕ ਤਾਂ ਸ਼ਰਧਾਲੂ ਤੁਹਾਨੂੰ 2-2, 3-3 ਕਰੋੜ ਦੀਆਂ ਚੀਜ਼ਾਂ ਭੇਟ ਕਰੇ, ਠੀਕ ਹੈ, ਤੇ ਦੂਜਾ ਤੁਸੀਂ ਸ਼ਰਧਾਲੂ ਦੇ ਉੱਤੇ ਪਰਚਾ ਦਰਜ ਕਰਾ ਦਿਓ। ਦੇਖੋ, ਪਹਿਲਾਂ 1 ਕਰੋੜ 29 ਲੱਖ ਦੀ ਕਲਗੀ ਗਈ ਹੈ, ਫਿਰ 57-58 ਲੱਖ ਦਾ ਹਾਰ ਗਿਆ ਹੈ। ਇਸ ਤੋਂ ਇਲਾਵਾ ਪ੍ਰਮਾਤਮਾ ਨੇ ਪਤਾ ਨਹੀਂ, ਦੇਖੋ ਇਹ ਕੋਈ ਮੇਰੀਆਂ ਚੀਜ਼ਾਂ ਚੜਾਈਆਂ ਹੋਈਆਂ ਤੇ ਹੈ ਨਹੀਂ ਆ, ਇਹ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਲਾਲ ਜੀ ਵਾਸਤੇ ਭੇਜੀਆਂ, ਤੇ ਅਸੀਂ ਤਾਂ ਕੇਵਲ ਇੱਕ
ਫੜ ਕੇ ਪਾਤਸ਼ਾਹ ਨੇ ਕਹਿ ਲਓ ਜਿੱਦਾਂ ਇੱਕ ਭਿਖਾਰੀ ਨੂੰ ਫੜ ਕੇ ਤੇ ਠਾ ਤੱਕ ਜਾ ਖੜਾ ਕਰਕੇ ਵਿਖਾ ਦਿੱਤਾ ਕਿ ਇਹ ਡਾਕਟਰ ਸਮਰਾ ਹੈ ਜਾਂ ਇਹ ਕਿ ਸਾਡਾ ਤੇ ਕੋਈ ਰੋਲ ਨਹੀਂ ਵਿੱਚ ਹੈਗਾ ਸੀ। ਇਹ ਜੋ ਵੀ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ, ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਭੇਜਿਆ ਕੀਤਾ। ਅਸੀਂ ਤੇ ਸਾਹਮਣੇ ਖੜੇ ਹੀ ਲੋਕਾਂ ਨੂੰ ਦਿਖਦੇ ਆ ਨਾ, ਤੇ ਉਹ ਸੀਗਾ। ਉਸ ਤੋਂ ਬਾਅਦ 1 ਜਨਵਰੀ ਦੇ ਵਿੱਚ ਨਾ ਹਾਰ ਗਿਆ ਸੀ ਪਾਤਸ਼ਾਹ ਜੀ ਦਾ, ਜਿਹੜਾ ਕਰੀਬ 1 ਕਿਲੋ 150 ਗ੍ਰਾਮ ਦਾ ਸੀਗਾ, ਔਰ ਉਹਦੇ ਨਾਲ ਇੱਕ ਸ੍ਰੀ ਸਾਹਿਬ ਸੀਗੀ, ਹੋਰ ਬਾਕੀ ਪਾਤਸ਼ਾਹ ਦੇ ਵਸਤਰ ਵਗੈਰਾ ਜਿੰਨੇ ਵੀ ਹੁੰਦੇ ਨੇ ਉਹ ਸਾਰੇ ਨਾਲ ਗਏ ਹੋਏ ਸੀਗੇ। ਔਰ ਜਨਵਰੀ ਵਿੱਚ ਜਦੋਂ ਇਹ ਗਿਆ ਵਾ, ਤੇ ਉਸ ਵੇਲੇ ਇੱਕ ਤਾਂ ਬਹੁਤ ਮੰਦਭਾਗੀ ਗੱਲ ਹੈ, ਕਈ ਵਾਰੀ ਜਿਹੜਾ ਬੰਦਾ ਹੁੰਦਾ ਨਾ ਉਹਦੇ ਆਦਤਾਂ ਜਾਂ ਕਹਿ ਲਓ ਜਾਂ ਕੁਛ ਵੀ ਹੈ, ਉਹ ਦੂਜੇ ਨੂੰ ਜਾਣ ਕੇ ਹੀ ਉਪਮਾ ਦੇਣ ਲਈ, ਵੱਡਾ ਦਿਖਾਉਣ ਲਈ ਜਾਂ ਉਹਨੂੰ ਖੁਸ਼ ਕਰਨ ਵਾਸਤੇ ਕਈ ਵਾਰੀ ਉਹੋ ਜਿਹੇ ਕੰਮ ਕਰਦਾ ਹੈ, ਤੇ ਉਹ ਚੀਜ਼ਾਂ ਦੇ ਰਿਜ਼ਲਟ ਕੋਈ ਚੰਗੇ ਨਹੀਂ ਨਿਕਲਦੇ। ਇਹਨਾਂ ਨੇ, ਮੈਂ ਬੈਠਾ ਹੋਇਆ ਸੀ ਸਾਹਮਣੇ, ਤੇ ਮੇਰਾ ਨਾਂ ਲੈ ਲੈ ਕੇ ਸਮਰਾ ਸਾਹਿਬ ਨੇ ਇਹ ਵਸਤਰ ਚੜਾਏ ਨੇ, ਇਹਨਾਂ ਸੋਨੇ ਦੀਆਂ ਤਾਰਾਂ ਨਾਲ ਬਣੇ ਹੋਏ ਨੇ, ਇਹ ਇਸ ਤਰ੍ਹਾਂ ਬਣੇ ਹੋਏ ਨੇ, ਇਹ ਐਦਾਂ ਬਣੇ ਨੇ, ਸੋਨੇ ਦੀ ਰਜ਼ਾਈ ਚੜਾਈ ਹੈ ਜੀ ਉਹ ਆ। ਤੇ ਮੈਂ ਇੱਕ ਚਿੱਠੀ ਪਹਿਲਾਂ ਲਿਖੀ ਸੀਗੀ ਵੀ ਜੋ ਤੁਹਾਡੀ ਮੇਰੀ ਰੋਜ਼ ਗੱਲ ਹੁੰਦੀ ਰਹਿੰਦੀ ਆ, ਤੇ ਮੇਰਾ ਫਰਜ਼ ਹੈ ਰਿਕਾਰਡ ਤੇ ਲਿਆ ਦੇਣਾ ਜਿਹੜੀ ਚੀਜ਼ ਹੈਗੀ ਨਾ, ਉਹ ਦੱਸ ਦੇਵਾਂ ਵੀ ਆਹ ਚੀਜ਼ ਹੈ। ਤੇ ਮੈਂ ਚਿੱਠੀ ਤੇ ਮੈਂ ਲਿਖੇ ਹੋਏ ਆ ਵਸਤਰ, ਠੀਕ ਹੈ। ਫਿਰ ਕਿਸੇ ਚੀਜ਼ ਦਾ ਵੇਟ ਨਹੀਂ ਲਿਖਿਆ, ਕਦੀ ਨਹੀਂ ਮੈਂ ਵੇਟ ਲਿਖਾਂਗਾ ਵੀ ਇਹ ਸੋਨੇ ਦੀ ਸ੍ਰੀ ਸਾਹਿਬ ਆ, ਇਹ ਇੰਨੀ ਹੈਗੀ ਆ, ਇਹ ਪੀੜਾ ਸਾਹਿਬ ਇੰਨਾ ਹੈਗਾ ਵਾ, ਇਹ ਇੰਨਾ ਹੈਗਾ, ਇੰਨਾ ਕਿਉਂ ਲਿਖਾਂ, ਠੀਕ ਹੈ ਜੀ। ਉਹਦੀ ਜਾਂਚ ਕਰਨ, ਉਹਦੀ ਪੜਤਾਲ ਕਰਨ, ਉਹ ਦੇਖਣ ਉਹਨੂੰ ਡਿਊਟੀ। ਇਹ ਸ੍ਰੀ ਸਾਹਿਬ ਸੀ ਉਦੋਂ ਚੜਾਈ ਸੀਗੀ, ਉਹਦਾ ਵਿਵਾਦ ਕਿਵੇਂ ਪਤਾ ਲੱਗਾ, ਕਿਵੇਂ ਫਿਰ ਪਤਾ ਲੱਗਾ ਵੀ ਇਹਦੇ ਵਿੱਚ ਹੇਰਾ ਫੇਰੀ? ਇਹ ਜਨਵਰੀ ਦੇ ਵਿੱਚ ਚੜਾਈ ਹੋਈ ਸੀ, ਕਰੀਬ 8 ਮਹੀਨੇ ਬਾਅਦ ਨਾ। ਇਹ ਤੁਸੀਂ ਬਣਾ ਕੇ ਲੈ ਗਏ ਸੀ ਜਾਂ ਉਹਨਾਂ ਨੇ ਕਿਹਾ ਸੀ ਵੀ ਆਪਾਂ ਬਣਾ ਦਿੰਦੇ? ਕਿਸੇ ਤਰ੍ਹਾਂ ਵੀ ਬਣ ਗਈ, ਤੁਸੀਂ ਇਸ ਗੱਲ ਨੂੰ ਤਾਂ ਆਪਾਂ ਬਹੁਤੇ ਨਾ ਲੰਬਾ ਹੋ ਜਾਏਗਾ ਜ਼ਿਆਦਾ, ਠੀਕ ਹੈ। ਪਹੁੰਚ ਗਈ, ਇਹਦਾ ਨਾ ਇੱਕ ਇਸ਼ੂ ਉਠਾਇਆ ਗਿਆ ਵੀ ਇਹ ਸ੍ਰੀ ਸਾਹਿਬ ਜਿਹੜੀ ਹੈ ਚੈੱਕ ਹੋਣੀ ਚਾਹੀਦੀ ਹੈਗੀ ਆ। ਕਿਹਨਾਂ ਨੇ ਉਠਾਇਆ ਸੀਗਾ? ਇਹ ਮਿਸਟਰ ਢਿੱਲੋਂ ਨੇ ਉਹਨਾਂ ਨੂੰ ਕਿਹਾ ਵੀ ਚਲੋ ਅਸੀਂ ਹੀ ਸੀਗਾ ਵੀ ਇਹਦਾ ਇਸ਼ੂ ਉਠਾਓ ਵੀ ਚੈੱਕ ਹੋਣੀ ਚਾਹੀਦੀ ਹੈਗੀ ਹੈ। ਸ਼ੱਕ ਹੋਇਆ ਕਿਸੇ ਗੱਲ ਦਾ? ਹਾਂ, ਕੋਈ ਲੱਗਾ ਹੀ ਹੋਏਗਾ ਕੁਛ, ਤਾਂ ਹੀ ਹੈ ਨਾ ਵੀ ਇੱਥੇ ਕਹੀ ਜਾਂਦੇ ਨੇ ਸੋਨੇ ਦੀਆਂ ਤਾਰਾਂ ਨੇ, ਇਹਦੇ ਵਿੱਚ ਇਹ ਕੁਛ ਹੈ, ਤੇ ਕੱਲ ਨੂੰ ਇਹ ਕਮੇਟੀ ਬਦਲ ਜੇਗੀ, ਦੂਸਰਾ ਬਦਲ ਜੇਗਾ, ਠੀਕ ਹੈ ਨਾ। ਤੇ ਇਹ ਕਿਸ ਤਰ੍ਹਾਂ ਹੋਏਗੀ, ਕਿੱਦਾਂ ਇਹ ਚੀਜ਼ ਦਾ ਕੱਲ ਅੱਗੇ ਤੋਂ ਅੱਗੇ ਚੱਲੇਗੀ। ਫਿਰ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਗਈ, ਕੋਈ ਚੈੱਕ ਨਹੀਂ ਕੀਤਾ ਗਿਆ, ਕੋਈ ਵੇਟ, ਕੋਈ ਕੁਛ ਕਰਾਇਆ ਹੀ ਨਹੀਂ ਗਿਆ। ਦੇਖੋ ਕਲਗੀ ਗਈ ਨੂੰ 2 ਸਾਲ ਹੋ ਚੱਲੇ ਨੇ, ਹਾਰ ਗਏ ਨੂੰ 8 ਮਹੀਨੇ ਹੋ ਗਏ ਨੇ, ਸ੍ਰੀ ਸਾਹਿਬ ਗਏ ਨੂੰ 8 ਮਹੀਨੇ ਹੋ ਗਏ ਆ, ਪਰ ਇਹਨਾਂ ਨੂੰ ਚੈੱਕ ਕਿਉਂ ਨਹੀਂ ਕਰਾਇਆ ਗਿਆ? ਚੈੱਕ ਕਰਾਓ, ਚੈੱਕ ਕਰਾ ਕੇ ਰਸੀਦ ਕੱਟੋ। ਤੁਸੀਂ ਮੇਰੇ ਬਿੱਲ ਨੂੰ ਤਾਂ ਭੁੱਲ ਜਾਓ ਹੈਗਾ ਕਿ ਨਹੀਂ, ਤੁਸੀਂ ਆਪਣਾ ਵੇਖੋ ਕਿ ਇਹਦੇ ਵਿੱਚ ਵੇਟ ਕਿੰਨਾ ਹੈ, ਇਹਦੇ ਵਿੱਚ ਵੇਟ ਦੇ ਮੁਤਾਬਕ ਇਹ ਸੋਨਾ ਕਿੰਨਾ ਪਿਓਰਟੀ ਹੈਗੀ ਹੈ, ਔਰ ਇਸ ਸੋਨੇ ਦੇ ਪਿਓਰਟੀ ਦੇ ਅਕੋਰਡਿੰਗ ਜਿਹੜੀ ਹੈਗੀ ਆ ਉਹਦੀ ਜਿਹੜੀ ਆ ਤੁਸੀਂ ਰਸੀਦ ਕੱਢ ਦਿਓ ਵੀ ਇੰਨੇ ਕਿਲੋ, ਇੰਨੇ ਗ੍ਰਾਮ, ਇੰਨੇ ਦੀ ਇਹ ਕਲਗੀ ਹੈਗੀ ਆ ਉਹਦੀ ਨਾਲ। ਇਹਦੇ ਸਾਰੇ ਬਿੱਲ ਤੁਹਾਡੇ ਕੋਲ ਮੈਂ ਦੇਖੇ, ਅੱਗੇ ਵੀ ਸਰਟੀਫਿਕੇਟ ਸਾਰਾ ਸਭ ਦੇ ਬਿੱਲ ਹੈਗੇ ਨੇ, ਪਰ ਮਸਲਾ ਤਾਂ ਇਸ ਚੀਜ਼ ਦਾ ਹੈਗਾ ਨਾ ਕਿ ਜਿਹੜੀ ਇਹਨਾਂ ਨੇ ਫਾਰਮੈਲਿਟੀ ਨਹੀਂ ਕੀਤੀ। ਹੁਣ ਕਿਉਂ ਨਹੀਂ ਕੀਤੀ ਇਹ ਤਾਂ ਮੈਂ ਜਵਾਬ ਨਹੀਂ ਦੇ ਸਕਦਾ, ਇਹਦਾ ਮਤਲਬ ਵਿੱਚ ਕੁਛ ਨਾ ਕੁਛ ਕਾਲਾ ਸੀ। ਹੁਣ ਮੰਨ ਲਓ ਇੱਕ ਕਲਗੀ ਹੈ, ਤੇ ਕਲਗੀ ਨਾਲੋਂ ਕੋਈ ਵੀ ਇੰਨੀ ਚੀਜ਼ ਲਾ ਕੇ ਲੈ ਜਾਵੇ, ਠੀਕ ਹੈ, ਕੀ ਕਰਾਂਗੇ ਆਪਾਂ ਜਿੰਨਾ ਜੇ ਉਹਦਾ ਵੇਟ ਹੀ ਨਹੀਂ ਕੀਤਾ ਗਿਆ। ਹੁਣ ਕੱਲ ਨੂੰ ਅੱਜ ਕਮੇਟੀ ਹੈ, ਕੱਲ ਨੂੰ ਕਮੇਟੀ ਬਦਲ ਜੇਗੀ, ਦੂਸਰੇ ਨੂੰ ਕੀ ਹੈਂਡਓਵਰ ਕਰਾਂਗੇ ਆਪਾਂ ਵੀ ਇਹ ਚੀਜ਼ ਹੈਗੀ ਆ, ਜਦ ਕਿ ਅਸੀਂ ਉਹਨੂੰ ਜਿਹੜਾ ਹੈਗਾ ਕੀਤਾ ਹੀ ਨਹੀਂ ਆ, ਠੀਕ ਹੈ, ਉਹਨੂੰ ਵੇਟ ਉਹਦਾ ਕੀਤਾ ਹੀ ਨਹੀਂ ਆ, ਉਹਨੂੰ ਚੈੱਕ ਹੀ ਨਹੀਂ ਕੀਤਾ ਹੈਗਾ। ਹੁਣ ਜਿਹੜੀ ਗੱਲ ਇਹ ਹੈ ਕਿ ਜਦੋਂ ਚੈੱਕ ਹੋਈ ਤੇ ਜਿਹੜੀ ਸ੍ਰੀ ਸਾਹਿਬ ਸੀਗੀ ਉਹਦੇ ਉੱਪਰ ਸੋਨਾ ਪਾਇਆ ਗਿਆ ਨਾ ਮਾਤਰ। ਨਾ ਮਾਤਰ ਮੀਨਸ ਕਿ ਕਹਿ ਲਓ ਨਹੀਂ ਹੈ, ਐਵੇਂ ਝਾਲ ਫੇਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਨਾ, ਉਹ ਚੀਜ਼ ਸਵਾ ਸ਼ੇਰ ਦੀ ਸ੍ਰੀ ਸਾਹਿਬ ਦੀ ਇਹਨਾਂ ਨੇ ਜੋ ਵੀ ਕੀਤਾ ਹੈਗਾ, ਇਹਨਾਂ ਨੇ ਜਿਹੜੀ ਆ ਉਹ ਝਾਲ ਫੇਰੀ ਨਿਕਲੀ। ਝਾਲ ਫੇਰੀ ਨਿਕਲੀ ਤੋਂ ਬਾਅਦ ਹੁਣ ਮਸਲਾ ਇੱਥੇ ਜਾ ਕੇ ਖੜਾ ਹੋ ਗਿਆ, ਜਿਹੜਾ ਮੇਰਾ ਕੁਐਸਚਨ ਸੀਗਾ ਕਿ ਮੈਨੂੰ ਇਹ ਦੱਸਿਆ ਜਾਵੇ, ਠੀਕ ਹੈ, ਕਿ ਇਹ ਸ੍ਰੀ ਸਾਹਿਬ ਝੂਠੀ ਹੈ ਕਿ ਹੁਕਮਨਾਮਾ ਝੂਠਾ ਵਾ। ਦੇਖੋ ਮਰਿਆਦਾ ਵਾ, ਇੱਕ ਹੁਕਮਨਾਮੇ ਦੇ ਉੱਪਰ ਅਸੀਂ ਸੀਸ ਕਟਵਾ ਦਿੰਦੇ ਆ। ਮਹਾਰਾਜਾ ਰਣਜੀਤ ਸਿੰਘ ਨੂੰ ਹੁਕਮਨਾਮਾ ਹੋਇਆ ਸੀ ਤੇ ਨੰਗੇ ਪੈਰ ਚੱਲ ਕੇ ਆ ਕੇ ਤੇ ਥੰਮਲੇ ਨਾਲ ਬੰਨਿਆ ਗਿਆ ਸੀ ਅੰਮ੍ਰਿਤਸਰ, ਤੇ ਅਸੀਂ ਕਿਹੜੇ ਪਾਣੀ ਹਾਰਾਂ,
ਠੀਕ ਹੈ। ਅਸੀਂ ਤਾਂ ਫਿਰ ਇਹ ਵੀ ਕਹਿ ਲਓ ਵੀ ਕੁਝ ਦੇਣ ਵਾਲੇ ਨਹੀਂ, ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਦਾਤ, ਗੁਰੂ ਰਾਮਦਾਸ ਪਾਤਸ਼ਾਹ ਨੇ ਬਣਾਈ। ਅਸੀਂ ਤਾਂ ਪਛਾਣ ਤੱਕ ਹੀ ਸੀ ਨਾ ਵੀ ਇੱਥੋਂ ਲੈ ਕੇ ਉੱਥੇ ਪਹੁੰਚਾ ਕੇ ਆ ਗਏ, ਬਸ ਇੰਨਾ ਸੀ। ਇਸ ਤੋਂ ਵੱਧ ਤਾਂ ਕੋਈ ਰੋਲ ਨਹੀਂ ਸਾਡਾ। ਬਣਾਉਣ ਵਾਲੇ ਨਹੀਂ, ਕੋਈ ਪੈਸੇ ਵਾਲੇ ਨਹੀਂ, ਕੋਈ ਕੁਛ ਨਹੀਂ, ਕੋਈ ਲੈਣਾ ਨਹੀਂ, ਕੋਈ ਤਨ ਮਨ ਕਹਿ ਲਓ, ਤਨ ਕਰਕੇ ਮਨ ਕਰਕੇ ਜਾਂ ਧਨ ਕਰਕੇ ਕੋਈ ਰੋਲ ਨਹੀਂ ਹੈ। ਠੀਕ ਹੈ। ਹੁਣ ਮਸਲਾ ਮਰਿਆਦਾ ਦੇ ਉੱਤੇ ਆ ਕੇ ਖੜਾ ਹੋ ਗਿਆ। ਜਦੋਂ ਮਰਿਆਦਾ 'ਤੇ ਖੜਾ ਹੋਇਆ ਤੇ ਮੈਂ ਕਿਹਾ ਜੀ ਮੈਨੂੰ ਇਹ ਗੱਲ ਦੱਸੋ ਵੀ ਹੁਣ ਹੁਕਮਨਾਮਾ ਝੂਠਾ ਹੈ ਕਿ ਸ੍ਰੀ ਸਾਹਿਬ ਝੂਠੀ ਹੈ? ਦੋ 'ਚ ਇੱਕ ਚੀਜ਼ ਤਾਂ ਹੋਏਗੀ ਨਾ। ਜਦੋਂ ਸ੍ਰੀ ਸਾਹਿਬ ਜਿਹੜੀ ਹੈ ਉਹ ਕੁਝ ਗ੍ਰਾਮਾਂ ਦੀ ਬੋਲ ਰਹੀ ਹੈ ਤੇ ਭਾਈ ਆਪਣੇ ਆਪ ਹੁਕਮਨਾਮਾ ਝੂਠਾ ਹੋ ਗਿਆ। ਦੇਖੋ ਬੜੀ ਸਪਸ਼ਟ ਹੈ ਨਾ। ਤੁਸੀਂ ਹੁਕਮਨਾਮੇ ਤੇ ਲਿਖ ਰਹੇ ਹੋ ਜੀ ਸਵਾ ਸੇਰ ਦੀ ਹੈਗੀ ਆ, ਤੇ ਮੈਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਸਵਾ ਸੇਰ ਹੁੰਦਾ ਕਿੰਨਾ ਹੈ। ਠੀਕ ਹੈ ਜੀ। ਸੱਚਾਈ ਮੈਂ ਗੁਰੂ ਹਾਜ਼ਰ ਨਾਜ਼ਰ ਕਰਕੇ ਜਾਣਦਾ ਕਿ ਮੈਨੂੰ ਨਹੀਂ ਪਤਾ ਸਵਾ ਸੇਰ ਕੀ ਹੁੰਦਾ। ਉਹ 5 ਗ੍ਰਾਮ ਨੂੰ ਸਵਾ ਸੇਰ ਕਹਿੰਦੇ ਆ ਕਿ 5 ਕਿਲੋ ਨੂੰ ਸਵਾ ਸੇਰ ਕਹਿੰਦੇ ਆ ਜਾਂ 50 ਕਿਲੋ ਨੂੰ ਸਵਾ ਸੇਰ ਕਹਿੰਦੇ ਆ। ਸੱਚਾਈ ਆ ਜਿਹੜੀ ਕਿ ਮੈਨੂੰ ਨਹੀਂ ਪਤਾ ਸਵਾ ਸੇਰ ਕੀ ਹੁੰਦਾ ਹੈਗਾ। ਇਹਨਾਂ ਨੇ ਆਪ ਲਿਖਿਆ, ਲਿਖ ਕੇ ਮੁੜ ਕੇ ਪੜ੍ਹ ਕੇ ਸੁਣਾਇਆ। ਜਿੱਥੋਂ ਗੱਲ ਸੀ ਉਵੇਂ ਤਾਂ ਮੁੱਕਰ ਹੀ ਗਏ ਆ, ਇੱਕ ਪੜ੍ਹ ਕੇ ਸੁਣਾਇਆ। ਉਹਦਾ ਪੜ੍ਹ ਕੇ ਸੁਣਾਇਆ, ਪੂਰੀ ਵੀਡੀਓ ਬਣੀ ਹੋਈ ਸੀ, ਲਾਈਵ ਸੀਗਾ। ਜਦੋਂ ਹੁਣ ਏਡੀ ਵੱਡੀ ਗੱਲ ਹੋਈ ਹੋਵੇ, ਮਤਲਬ ਕਿ ਇੱਕ ਹੁਕਮਨਾਮਾ, ਇੱਕ ਪ੍ਰਸ਼ੰਸਾ ਪੱਤਰ ਹੁੰਦਾ, ਉਹ 'ਚ ਜੋ ਮਰਜ਼ੀ ਲਿਖਿਆ ਜਾਵੇ, ਚਲੋ ਠੀਕ ਹੈ। ਜੇ ਸੋਨਾ ਘੱਟ ਆ ਤੇ ਵੱਧ ਲਿਖ ਦਿੱਤਾ, ਕੋਈ ਬੜੀ ਗੱਲ ਨਹੀਂ ਹੈਗੀ। ਚੜਾਇਆ ਹੀ ਆ ਨਾ ਕੁਝ, ਕੋਈ ਵੀ ਸਿੱਖ ਚੜਾ ਸਕਦਾ। ਉਹ ਲੋਹੇ ਦੀ ਵੀ ਚੜਾ ਸਕਦਾ ਹੈਗਾ, ਉਹ ਉੱਦਾਂ ਵੀ ਚੜਾ ਸਕਦਾ, ਉਹ ਇੱਕ ਕਣਕ ਵੀ ਮਾਸਾ ਚੜਾ ਸਕਦਾ। ਕੋਈ ਜ਼ਰੂਰੀ ਤਾਂ ਹੁੰਦਾ ਹੀ ਨਹੀਂ ਆਪਾਂ ਵੀ ਤੇ ਆਹ ਚੀਜ਼ ਨਹੀਂ ਤੇ ਆਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ ਹੈਗੀ। ਠੀਕ ਹੈ। ਔਰ ਮਸਲਾ ਤਾਂ ਇਸ ਚੀਜ਼ ਦਾ ਹੁਕਮਨਾਮੇ ਦਾ। ਔਰ ਹੁਕਮਨਾਮਾ ਇਹ ਕਿੱਦਾਂ ਹੋਇਆ ਗਿਆ? ਜਿਹੜਾ ਤੁਸੀਂ ਹੁਕਮਨਾਮਾ ਜਾਰੀ ਕੀਤਾ, ਜਦ ਸ੍ਰੀ ਸਾਹਿਬ ਦਾ ਵੇਟ ਜਿਹੜਾ ਨਾ ਮਾਤਰ ਸੋਨਾ ਨਿਕਲ ਰਿਹਾ, ਤੁਸੀਂ ਉਹਦੇ ਤੇ ਲਿਖ ਰਹੇ ਹੋ ਸਵਾ ਸੇਰ ਸੋਨਾ ਦੀ ਸ੍ਰੀ ਸਾਹਿਬ। ਇੱਥੇ ਦੱਸੋ ਹੁਣ ਗੜਬੜ ਹੁਕਮਨਾਮੇ ਦੇ ਵਿੱਚ ਆ ਗਈ ਹੈ। ਤੇ ਹੁਕਮਨਾਮਾ ਹੀ ਸਿੱਖ ਵਾਸਤੇ ਹੈ, ਬਾਕੀ ਤਾਂ ਹੈ ਹੀ ਕੁਛ ਨਹੀਂ। ਹੁਕਮਨਾਮਾ ਜੇ ਹੁਕਮਨਾਮਾ ਹੀ ਗਲਤ ਹੋਣ ਲੱਗ ਪਏ ਤੇ ਫਿਰ ਗੱਲ ਖਤਮ ਹੋ ਗਈ। ਫਿਰ ਦੂਸਰੀ ਉਲੰਘਣਾ ਬਹੁਤ ਵੱਡੀ ਉਹਦੇ ਵਿੱਚ ਇਹ ਸੀਗੀ ਕਿ ਜਿਹੜਾ ਹੁਕਮਨਾਮਾ ਸੀ ਉਹ 'ਤੇ 5 ਪਿਆਰਿਆਂ ਦੇ ਸਾਈਨ ਹੈ ਨਹੀਂ। ਦੇਖੋ 5 ਪਿਆਰਿਆਂ ਤੋਂ ਬਗੈਰ ਹੁਕਮਨਾਮਾ ਜਾਰੀ ਨਹੀਂ ਹੋ ਸਕਦਾ ਹੈਗਾ। ਠੀਕ ਹੈ ਨਾ ਜੀ। 5 ਜਦੋਂ ਕਿਸੇ ਨੂੰ ਹੁਕਮਨਾਮਾ ਆਖਰੀ ਅਸੀਂ ਦਿੰਦੇ ਹਾਂ, ਫੈਸਲਾ ਦਿੰਦੇ ਹਾਂ ਨਾ, ਜਾਂ ਕੋਈ ਗੱਲ ਦਿੰਦੇ, ਜਿੱਦਾਂ ਫੈਸਲਾ ਸੁਣਾਉਣਾ ਵਾ, ਫੈਸਲਾ ਸੁਣਾਇਆ ਗਿਆ, ਜਾਂ ਜਿੱਦਾਂ ਇਹਨਾਂ ਨੇ ਸ੍ਰੀ ਸਾਹਿਬ ਦਾ ਫੈਸਲਾ ਸੁਣਾਇਆ ਸੀ, ਉਸ ਵੇਲੇ 5 ਪਿਆਰਿਆਂ ਦੀ ਨਹੀਂ ਦਸਤਖਤ ਤੇ ਸਲਾਹ ਲੈਣੀ ਸੀ। ਕੋਈ ਸਲਾਹ ਨਹੀਂ ਲਈ ਗਈ, ਕੋਈ ਉਹਨਾਂ ਨੂੰ ਦੱਸਿਆ ਨਹੀਂ ਗਿਆ, ਆਪੇ ਹੀ ਥੱਲੇ ਲੈ ਕੇ ਰਣਜੀਤ ਸਿੰਘ ਤੇ ਦੇ ਦਿੱਤਾ ਗਿਆ। ਇਹਦਾ ਮਤਲਬ ਤੇ ਇਹ ਹੋਇਆ ਵੀ ਰਣਜੀਤ ਸਿੰਘ ਜੋ ਮਰਜ਼ੀ ਹੁਕਮਨਾਮੇ ਜਾਰੀ ਕਰੀ ਜਾਵੇ। ਇਹਦਾ ਮਤਲਬ ਇਹ ਹੋਇਆ ਜਿਸ ਤਰ੍ਹਾਂ ਮਰਜ਼ੀ ਕਰੀ ਜਾਵੇ, ਕੋਈ ਗੱਲ ਨਹੀਂ ਹੈਗੀ। ਚਲੋ ਇਹ ਗੱਲ ਤਾਂ ਜਦੋਂ ਰੌਲਾ ਪਿਆ ਨਾ ਇਸ ਗੱਲ ਦਾ ਉੱਤਾ, ਕਿਉਂਕਿ ਸਾਨੂੰ ਕਿਸੇ ਸ੍ਰੀ ਸਾਹਿਬਦਾਨੀਆਂ, ਅਸੀਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਆਹ ਚੀਜ਼ ਹੋਈ ਪਈ ਹੈ, ਤੇ ਪਾਤਸ਼ਾਹ ਨੇ 2 ਕਿਲੋ ਦੀ ਫਿਰ ਬਾਣੀ ਦਿੱਤੀ ਹੈ। ਠੀਕ ਹੈ। ਉਹ ਗੁਰੂ ਰਾਮਦਾਸ ਪਾਤਸ਼ਾਹ ਨੇ, ਹੁਣ ਪਾਤਸ਼ਾਹ ਦਾ ਦਿਹਾੜਾ ਆਉਣਾ, 2 ਕਿਲੋ ਦੀ ਸ੍ਰੀ ਸਾਹਿਬ ਫਿਰ ਗੁਰੂ ਰਾਮਦਾਸ ਪਾਤਸ਼ਾਹ ਨੇ ਭੇਜ ਦੇਣੀ। ਤੇ ਫਿਰ ਉੱਤੇ ਮੈਂ ਥੋੜਾ ਜਿਹਾ ਇੱਕ ਵਾਰੀ ਸਪਸ਼ਟ ਕਰ ਦਿਓ, ਸੰਗਤ ਨੂੰ ਵੀ, ਦਰਸ਼ਕ ਵੀ ਦੇਖ ਰਹੇ ਨੇ। ਉਹ ਜਿਹੜੀ ਸ੍ਰੀ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ, ਜਿਸ ਤੋਂ ਸਾਰਾ ਵਿਵਾਦ ਖੜਾ ਹੋਇਆ, ਜਿਹਦੇ ਵਿੱਚ ਐਡੀ ਵੱਡੀ ਕਾਰਵਾਈ ਵੀ ਹੋਈ ਹੈ, ਇੱਕ ਸਵਾਲ ਮੈਂ ਤੋਂ ਲਊਂਗਾ, ਉਹਦੀ ਪੇਮੈਂਟ ਹੋ ਗਈ ਸੀ ਤੁਹਾਡੇ ਵੱਲੋਂ ਸਾਰੀ? ਨਹੀਂ, ਦੇਖੋ ਮੇਰੇ ਵੱਲੋਂ ਪੇਮੈਂਟ ਚੱਲ ਗਈ ਸੀ। ਠੀਕ ਹੈ ਨਾ। ਅੱਗੇ ਕਿਸੇ ਕੋ ਪਹੁੰਚੀ ਨਹੀਂ ਪਹੁੰਚੀ, ਕੀ ਹੋਇਆ ਕੀ ਨਹੀਂ ਹੋਇਆ, ਕਿਉਂ ਇੰਟਰਮੀਡੀਏਟ ਵਿੱਚ ਸੀਗਾ। ਠੀਕ ਹੈ ਨਾ। ਇਸ ਕਾਰਨ ਕਰਕੇ ਜਿਹੜਾ ਹੈਗਾ ਪੇਮੈਂਟ ਦਾ ਕੋਈ ਉਹ 'ਚ ਰੌਲਾ ਨਹੀਂ ਹੈਗਾ। ਉਹਦੇ ਵਿੱਚ ਨਾ ਪੈਸਿਆਂ ਦਾ ਕੋਈ ਇਹੋ ਜਿਹੀ ਗੱਲ ਰੌਲਾ ਚੱਲ ਰਿਹਾ ਹੈਗਾ। ਮੇਨ ਤੇ ਆਹ ਚੱਲ ਰਿਹਾ ਸੀਗਾ। ਠੀਕ ਹੈ ਨਾ ਜੀ। ਮੇਰੇ ਕੋਲੋਂ ਪੇਮੈਂਟ ਲਈ ਹੈ। ਠੀਕ ਹੈ। ਮੇਰੇ ਕੋਲ ਪੇਮੈਂਟ ਤੁਸੀਂ ਲੈ ਲਈ ਹੈ। ਠੀਕ ਹੈ। ਮੇਰੇ ਕੋਲ ਤੁਸੀਂ 70 ਲੱਖ ਲੈ ਜਾਂਦੇ ਜੇ, ਤੇ ਮੈਨੂੰ ਨਹੀਂ ਪਤਾ ਹੈਗਾ ਕੋਈ ਚੀਜ਼ ਤੁਸੀਂ ਕਿੰਨੇ ਦੀ ਬਣਾਈ ਆ, ਜਾਂ ਕਿਸੇ ਆਪਣੇ ਸਾਥੀ ਦੇ ਰਾਹੀਂ ਬਣਾਈ ਆ, ਉਹ ਕਿੰਨੇ ਦੀ ਬਣੀ ਹੈਗੀ ਆ। ਅਸੀਂ ਤਾਂ ਕਦੀ ਹੱਥ ਵੀ ਨਹੀਂ ਲਾਉਂਦੇ ਇਹਨਾਂ ਚੀਜ਼। ਬਿੱਲ ਮੰਗਦੇ ਸੀਗੇ, ਉਹਦਾ ਬਿੱਲ ਤੇ ਉਹਦਾ ਸਰਟੀਫਿਕੇਟ ਮੰਗਦੇ ਸੀ। ਸਰਟੀਫਿਕੇਟ ਮੰਗਦੇ ਸੀ ਵੀ ਉਹ ਕਿੰਨੇ ਦਾ ਹੈਗਾ। ਸਰਟੀਫਿਕੇਟ ਤਾਂ ਮੈਨੂੰ ਦੇਣਾ ਬਣਦਾ ਹੀ ਹੈ ਨਾ। ਸਰਟੀਫਿਕੇਟ ਦਿਓਗੇ ਤਾਂ ਗੱਲ ਬਣੇਗੀ। ਸਰਟੀਫਿਕੇਟ ਤੋਂ ਬਗੈਰ ਥੋੜ੍ਹੀ ਹੈ ਨਾ। ਅਜੇ ਤੱਕ ਦੁਨੀਆ ਵਿੱਚ ਕੋਈ ਐਸੀ ਚੀਜ਼ ਹੈ ਹੀ ਨਹੀਂ ਵਿਦਆਊਟ ਸਰਟੀਫਿਕੇਟ ਬਣੇਗੀ, ਵਿਦਆਊਟ ਬਿੱਲ ਬਣੇਗੀ, ਵਿਦਆਊਟ GST ਬਣੇਗੀ। ਇਹ ਤਾਂ ਪੋਸੀਬਿਲਿਟੀ ਨਹੀਂ ਹੈਗੀ। ਤੇ ਮੈਨੂੰ ਉਹ ਦਿਓ ਤੇ ਤਦ ਹੀ ਆ ਨਾ, ਪਰ ਨਹੀਂ ਦਿੱਤਾ ਗਿਆ। ਤੁਸੀਂ ਮੰਗਦੇ ਸੀ ਗੌਰ? ਹਾਂ ਮੈਂ ਮੰਗਦਾ ਗੌਰ ਸਾਹਿਬ, ਕਹਿ ਦਿਓ ਮੈਨੂੰ, ਦੱਸੋ ਮੈਨੂੰ ਜਵਾਬ ਕੀ ਦਿੰਦੇ? ਠੀਕ ਹੈ। ਬਸ ਅੱਜ, ਬਸ ਕੱਲ੍ਹ, ਬਸ ਪਰਸੋਂ ਹੋ ਜਾਏਗਾ, ਕਰ ਜਾਏਗਾ। ਠੀਕ ਹੈ ਨਾ। ਆਪਾਂ ਕੀ ਕਰਨਾ, ਦਫਾ ਕਰੋ। ਐਵੇਂ GST ਦੇਵਾਂਗੇ, ਪੈਸੇ ਹੀ ਖਰਾਬ ਕਰਨੇ, ਉਹ ਗੁਰੂ ਘਰ ਕੋਈ ਚੀਜ਼ ਬਣ ਜਾਏਗੀ। ਇਹੋ ਗੱਲਾਂ ਹੋਰ ਕੀ ਕਰਨਾ ਹੁੰਦਾ ਸੀ। ਠੀਕ ਹੈ ਨਾ। ਜਿਹੜਾ ਸਭ ਤੋਂ ਇਸ ਗੱਲ ਨੂੰ ਵੀ ਅਸੀਂ ਬਹੁਤਾ ਚਲੋ ਹੋ ਗਿਆ, ਇਹ ਤਾਂ ਆਪਾਂ ਇਹਦੇ ਵਿੱਚ ਲਵਾਂਗੇ ਸਿਰਫ ਵੀ ਹੁਕਮਨਾਮੇ ਦੀ ਉਲੰਘਣਾ।
ਜਿਹੜਾ ਸਭ ਤੋਂ ਵੱਡਾ ਕੰਮ ਹੋਇਆ ਕਿ ਜਦੋਂ ਵਿਵਾਦ ਛਿੜਿਆ ਨਾ, ਤੇ ਮੈਨੂੰ ਫੋਨ ਇੱਕ ਨਹੀਂ ਹਜ਼ਾਰਾਂ ਹੀ ਫੋਨ ਆ ਗਏ, ਹਜ਼ਾਰਾਂ, ਕਿ ਮੇਰੇ ਕੋਲ ਪਿਨ ਡਰਾਈਵਾਂ ਦਾ ਡੱਬਾ ਭਰਿਆ ਪਿਆ, ਉਹ ਮੁੱਕ ਗਿਆ ਰਿਕਾਰਡਿੰਗ ਕਰ ਕਰਕੇ, ਕਿ ਇਹ ਜੀ ਇੱਥੇ ਆਏ ਸੀ, ਪਿੰਡ ਬਾਜਪੁਰ ਆ ਜੀ, ਜ਼ਿਲ੍ਹਾ ਝਾਰਖੰਡ ਹੈ ਜੀ, ਉਹਨਾਂ ਆਪਣਾ ਨਾਂ ਦੱਸਿਆ, ਮੈਂ ਆਪ ਬੋਲ ਰਿਹਾ ਜੀ, ਤੇ ਇਹਨਾਂ ਨੇ ਸਾਡੇ ਕੋਲੋਂ, ਅਸੀਂ ਸੜਦਾ ਸੀ, ਅਸੀਂ ਫੋਨ ਕੀਤਾ ਵੀ 10 ਕੁਇੰਟਲ ਭੇਜਣੀ ਆ ਕਣਕ, ਤੇ ਇਹਨਾਂ ਨੇ ਇੱਥੇ ਆਪਣਾ ਹੀ ਕੋਈ ਡੇਰਾ ਬਣਾਇਆ ਹੋਇਆ ਜੇ ਝਾਰਖੰਡ ਦੇ ਵਿੱਚ, ਤੇ ਕਹਿੰਦੇ ਉੱਥੇ ਛੱਡ ਆਓ। ਤੇ ਉਹ ਬਾਬਾ ਕੋਈ ਹੈਗਾ ਜੇ ਨਗਲੀ ਨੰਗ ਇੱਦਾਂ ਦਾ ਕੋਈ ਨਾਂ ਬਾਬੇ ਦਾ, ਠੀਕ ਹੈ, ਤੇ ਉੱਥੇ ਜਾ ਕੇ ਨਹੀਂ ਕਣਕ ਦੇ ਕੇ ਆ ਗਏ, ਸਾਡੀ ਕਣਕ ਨਹੀਂ ਜੇ ਪਟਨਾ ਸਾਹਿਬ ਪਹੁੰਚੀ, ਦੱਸੋ ਅਸੀਂ ਕਿੱਧਰ ਜਾਈਏ। ਇੱਕ ਮਿਸਟਰ ਅਨੂਪ ਖੁਰਾਣਾ ਸੀਗੇ ਦਿੱਲੀ ਦੇ, ਉਹਨਾਂ ਨੂੰ ਨਾ ਇੱਕ ਇਹਨਾਂ ਨੇ ਕਹਿੰਦੇ ਵੀ ਮੈਂ ਉੱਥੇ ਨਾ ਸਰਾਂ ਬਣਾ ਰਿਹਾ ਪਟਨਾ ਸਾਹਿਬ ਦੇ ਵਿੱਚ, ਤੁਸੀਂ ਜਿਹੜੀ ਆ ਨਾ ਉਹ ਸਰਾਂ ਦੀ ਤੁਹਾਡੇ ਇੱਕ ਕਮਰੇ ਦੀ ਸੇਵਾ ਤੁਹਾਡੀ ਹੈ, 10 ਲੱਖ ਰੁਪਈਆ। ਉਹਨਾਂ ਕਿਹਾ ਠੀਕ, 7 ਬਚਨ, ਇੱਕ ਸਿੰਘ ਸਾਹਿਬ ਹੈ, ਸਤਿਕਾਰ ਕਰਨਾ ਫਰਜ਼ ਬਣਦਾ ਹੈਗਾ ਨਾ। ਉਹਨਾਂ ਨੇ, ਉਹਨਾਂ ਦੀ ਮਾਤਾ ਜਿਹੜੀ ਸੀ ਬਹੁਤ ਗੁਰਸਿੱਖ ਸੀ, ਮੰਨਦੀ ਸੀ, ਉਹਨਾਂ ਨੇ ਉਸੇ ਵੇਲੇ 10 ਲੱਖ ਰੁਪਈਆ ਕੱਢਿਆ ਤੇ ਉਹਨਾਂ ਨੂੰ ਦੇ ਦਿੱਤਾ। ਪਰ ਅੱਗੇ ਗੌਰ ਸਾਹਿਬ ਸੀਗੇ, ਫਿਰ ਵੇਖੋ ਛੋਟੀ ਮੋਟੀ ਗੱਲ ਤਾਂ ਹੈ ਨਹੀਂ, ਜਿਹੜੇ ਕਾਰਸੇ ਵਾਲੇ ਬਾਬੇ ਹਰਬੰਸ ਸਿੰਘ ਨੇ ਉਹਨਾਂ ਦੀ ਪਰਚੀ ਕੱਟ ਕੇ ਦੇ ਦਿੱਤੀ, ਤੁਸੀਂ ਤਖਤ ਦੀ ਪਰਚੀ ਕੱਟੋ, ਨਹੀਂ ਆ ਜਾ ਕੇ ਪਰਚੀ ਕਟਵਾ ਦਿਓ, ਉਹਨਾਂ ਦੀ ਪਰਚੀ ਕੱਟ ਕੇ ਫੜਾਤੀ। ਉਹ ਜਦੋਂ ਰੌਲਾ ਪਿਆ ਤੇ ਉਹਨਾਂ ਨੇ ਨਾ ਫੋਨ ਲਾਇਆ, ਉਹ ਜਿਹੜੇ ਉੱਤੇ ਫੋਨ ਨੰਬਰ ਲਿਖੇ ਸੀ, ਉਹ ਫੋਨ ਜਾ ਕੇ ਜੰਮੂ ਲੱਗੇ। ਉਹ ਮੈਨੂੰ ਕਹਿੰਦੇ ਜੀ ਫੋਨ ਜਾ ਕੇ ਜੰਮੂ ਲੱਗਣ ਡਿਆ ਵਾ। ਮੈਂ ਗਿਆ ਤੇ ਉਸੇ ਵੇਲੇ ਮੈਂ ਹਿੱਤ ਸਾਹਿਬ ਨਾਲ ਗੱਲ ਕੀਤੀ, ਮੈਂ ਕਿਹਾ ਹਿੱਤ ਸਾਹਿਬ ਇਹਨੂੰ ਵੈਰੀਫਾਈ ਕਰਨਾ, ਹੁਣੇ ਕਰਨਾ, ਠੀਕ ਹੈ। ਇਸ ਤਰ੍ਹਾਂ ਦੀ ਕਈ ਮੇਰੇ ਨੋਟਸ ਵਿੱਚ ਆ ਰਹੀਆਂ ਨੇ, ਇਹਨੂੰ ਵੈਰੀਫਾਈ ਕਰਨਾ। ਜਦੋਂ ਵੈਰੀਫਾਈ ਕਰਨਾ ਤੇ ਅਸੀਂ ਇੱਥੋਂ ਤੱਕ ਨਹੀਂ ਕੀਤਾ, ਅਸੀਂ ਪਟਨਾ ਸਾਹਿਬ ਤੱਕ ਪਹੁੰਚ ਗਏ। ਤੇ ਉਹ ਕਹਿੰਦੇ ਵੀ ਇਹਨਾਂ ਨੇ ਇੱਕ ਵਾਰੀ ਦਸੰਬਰ ਮਹੀਨੇ 'ਚ ਪੇਮੈਂਟ ਕਰਾਈ ਸੀ, ਠੀਕ ਹੈ ਜੀ, ਤੇ ਇਹ ਤੇ ਹੁਣ ਦੀ ਆ, ਕੇਵਲ ਕਹਿ ਲਓ ਕਿ ਮਾਰਚ ਦੀ ਆ, ਅਪ੍ਰੈਲ ਦੀ ਹੈਗੀ ਆ, ਤੇ ਸਾਡੇ ਕੋਲ ਤਾਂ ਕੋਈ ਜਮ੍ਹਾਂ ਨਹੀਂ ਹੋਈ। ਹੋ ਗਿਆ ਕਨਫਰਮ। ਉਹਦਾ ਮਤਲਬ ਇਹ ਵੀ ਕੇਸ ਤੋਂ ਬਾਅਦ, ਉਸ ਵਿਵਾਦ ਤੋਂ ਬਾਅਦ ਹੋਰ ਬਹੁਤ ਸਾਰੇ ਕੇਸ ਨਿਕਲ ਆਏ ਨਾ। ਉਸ ਵਿਵਾਦ ਨੂੰ ਤਾਂ ਅਸੀਂ ਹੁਣ ਉਹੀ ਛੋਟਾ ਜਿਹਾ ਕਰ ਲੈਂਦੇ ਆ, ਠੀਕ ਹੈ, ਉਹ ਬਹੁਤ ਜ਼ਿਆਦਾ ਵਿੱਚੋਂ ਨਿਕਲ ਆਏ। ਜਦੋਂ ਕੱਲ ਤੁਹਾਨੂੰ ਬੁਲਾਇਆ ਗਿਆ, ਹੁਣ ਜਿਹੜੀ ਲਾਸਟ ਕਾਰਵਾਈ ਹੋਈ ਹੈ, 5 ਪਿਆਰਿਆਂ ਦੇ ਸਾਹਮਣੇ ਪੇਸ਼ ਹੋਈ, ਉੱਥੇ ਆਏ ਗੌਰ ਸਾਹਿਬ, ਗੱਲਬਾਤ ਹੋਈ ਕਿਸ ਤਰੀਕੇ ਦੇ ਨਾਲ? ਨਹੀਂ, ਕਿੰਨੀ ਚਿਰ ਕਹਿੰਦੇ 7-8 ਘੰਟੇ ਤੱਕ ਵਿਚਾਰ ਚੱਲੀ। ਦੇਖੋ 8 ਘੰਟੇ 5 ਪਿਆਰਿਆਂ ਦੀ ਵਿਚਾਰ ਚੱਲੀ ਹੈ। ਪਹਿਲਾਂ 24 ਤਰੀਕ ਨੂੰ ਬੁਲਾਇਆ ਗਿਆ ਸੀ, 24 ਨੂੰ ਵੀ ਸਰ ਰਣਜੀਤ ਸਿੰਘ ਆਏ ਸੀ, ਇਹਨਾਂ ਨੇ ਆਪਣੀ ਜਿਹੜੀ ਸੀ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਮੈਂ ਜੀ ਤਬੀਅਤ ਠੀਕ ਨਹੀਂ ਹੈਗੀ, ਜਾਂ ਆਪ ਕਰਤੀ ਜਾਂ ਕਿਸੇ ਰਾਹੀਂ ਭੇਜ ਦਿੱਤੀ ਕਿ ਮੈਂ ਠੀਕ ਨਹੀਂ ਹੈਗਾ, ਮੈਂ ਨਹੀਂ ਆ ਸਕਦਾ ਹੈਗਾ। ਜਦੋਂ ਅਸੀਂ ਇਹ ਭੇਜ ਦਿੰਦੇ ਹਾਂ, ਤੇ ਇਹਦਾ ਮਤਲਬ ਅਸੀਂ ਉਸ ਅਥਾਰਟੀ ਨੂੰ, ਅਸੀਂ ਉਸ ਜਿਹੜੀ ਕਮੇਟੀ ਹੈਗੀ ਆ ਉਹਨੂੰ 500% ਕੀ 1000% ਮੰਨਦੇ ਆ, ਤਦ ਹੀ ਹੈ ਨਾ। ਤੇ 5 ਪਿਆਰਿਆਂ ਦੇ ਅੱਗੇ ਤਾਂ ਕੋਈ ਬੋਲ ਨਹੀਂ ਸਕਦਾ, ਠੀਕ ਹੈ ਨਾ, ਵੀ ਇਹਦੀ ਇੰਨਾ ਵਾ, ਇਹ ਆ ਵਾ, ਇਹ ਕੋਈ ਕੁਐਸਚਨ ਨਹੀਂ ਹੈਗਾ ਸਾਡਾ, ਠੀਕ ਹੈ, ਦਿੱਤੀ ਸੀ। ਫਿਰ ਕੱਲ ਜਦੋਂ ਫੈਸਲਾ ਹੋਇਆ ਤੇ ਆਪ ਆਏ ਨੇ, ਆਪ ਆਣ ਕੇ ਆਪਣੀ ਫਾਈਲ ਬਕਾਇਦਾ ਤਖਤ ਸਾਹਿਬ ਤੇ ਸਬਮਿਟ ਕਰਕੇ ਗਏ ਨੇ ਵੀ ਆਹ ਬਾਜੀ ਸਮਰਾ ਇੱਦਾਂ ਸਮਰਾ ਜੀ ਆ ਉਹ, ਤੇ ਨਾਲ ਕਰਕੇ ਦੇ ਕੇ ਗਏ। ਸ਼ਾਮੀ ਫੈਸਲਾ ਆ ਗਿਆ ਔਰ 8 ਘੰਟੇ ਵਿਚਾਰਾਂ ਹੋਈਆਂ। 8 ਘੰਟੇ ਮੇਰੇ ਨਾਲ ਲਾਈਵ, ਤੇ ਜੇ ਉਹ ਅੰਦਰ ਸੀਗੇ ਤੇ ਜੇ ਬਾਹਰ ਸੀ, ਮੈਂ ਤਾਂ ਲਾਈਵ ਤੇ ਗੱਲ, ਇਸ ਚੀਜ਼ ਦਾ ਜਵਾਬ ਦਿਓ, ਇਸ ਚੀਜ਼ ਦਾ ਜਵਾਬ ਦਿਓ, ਮੈਂ ਦਿੰਦਾ ਰਿਹਾ, ਠੀਕ ਹੈ। ਮੈਂ ਕਿਹਾ ਜੀ ਆ ਲਓ ਕਰੋ, ਦੱਸੋ ਜਿਹੜਾ ਹੈਗਾ ਨਾ ਵੀ ਮੈਂ ਤੇ ਇਹਦੇ ਵਿੱਚ ਕੁਛ ਲੁਕਾਉਣ ਵਾਲੀ ਜਿਹੜੀ ਚੀਜ਼ ਆ ਉਹ ਹੈ ਹੀ ਨਹੀਂ ਗੀ, ਦੱਸੋ ਮੈਨੂੰ ਜਿਹੜਾ ਜੋ ਹੈਗਾ ਇਹਦਾ ਜਵਾਬ। ਇਸ ਕਾਰਨ ਕਰਕੇ ਕੀ ਹੋਇਆ ਕਿ ਜਦੋਂ ਸ਼ਾਮੀ 8:30 ਵਜੇ ਫੈਸਲਾ ਸੁਣਾਇਆ ਗਿਆ ਕਿ ਇਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ, ਉਸ ਤੋਂ ਬਾਅਦ ਕੁਦਰਤੀ ਗੱਲ ਹੈ, ਠੱਠਾ ਭਲਵਾਨ ਨਾਲ ਵਾਲ ਪੁੱਟਦਾ ਹੁੰਦਾ, ਹੋਰ ਤਾਂ ਕੀ ਕਰਦਾ ਹੁੰਦਾ, ਐਵੇਂ ਆ ਨਹੀਂ ਜੀ ਮੈਨੂੰ ਮਨਜ਼ੂਰ ਨਹੀਂ ਜੀ, ਮੈਨੂੰ ਆ ਨਹੀਂ। ਭਾਈ ਸਾਹਿਬ ਜੇ ਤੁਹਾਨੂੰ ਮਨਜ਼ੂਰ ਨਹੀਂ ਸੀ ਤੇ ਜਿੱਦਣ ਪਹਿਲੇ ਦਿਨ 'ਚ 5 ਪਿਆਰੇ ਬੈਠੇ ਸੀ ਉਦੋਂ ਕਹਿੰਦੇ ਕਿ ਮੈਨੂੰ ਨਹੀਂ ਮਨਜ਼ੂਰ ਹੈਗੇ, ਠੀਕ ਹੈ ਨਾ। ਦੇਖੋ ਜੇ ਦਿੱਲੀ ਕਮੇਟੀ ਬੈਠੀ ਸੀ ਤੇ ਮੈਂ ਪਹਿਲੇ ਦਿਨ ਬਿਆਨ ਦਿੱਤਾ ਹੈ, ਮੈਂ ਕਿਹਾ ਮੈਨੂੰ ਨਹੀਂ ਇਹ ਮਨਜ਼ੂਰ ਹੈਗੇ, ਠੀਕ ਹੈ ਜੀ, ਮੈਂ ਨਹੀਂ ਜਾਂਦਾ, ਮੈਨੂੰ ਨਹੀਂ ਇਹ ਮਨਜ਼ੂਰ ਹੈਗੇ, ਇਹ ਸਿੱਖੀ ਮਰਿਆਦਾ ਤੋਂ ਬਾਹਰ ਆ, ਠੀਕ ਹੈ। ਬੇਸ਼ੱਕ ਮੈਂ ਇੱਕ ਡੇਟ ਤੇ ਲਿਖ ਕੇ ਭੇਜਦਾ ਕਿ ਮੈਂ ਨਹੀਂ ਆ ਸਕਦਾ, ਠੀਕ ਹੈ। ਅਗਲੀ ਡੇਟ ਆਈ, ਮੈਂ ਲਿਖ ਕੇ ਭੇਜ ਦਿੱਤਾ, ਮੈਂ ਸ਼੍ਰੀ ਅਕਾਲ ਤਖਤ ਤੋਂ ਫੈਸਲਾ ਹੋ ਗਿਆ ਵਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਉਹ ਮੈਨੂੰ ਮਨਜ਼ੂਰ ਆ, ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ। ਬੰਦਾ ਕਿਸੇ ਫੈਸਲੇ ਤੇ ਤਾਂ ਰਵੇ ਨਾ, ਇਹ ਤਾਂ ਨਹੀਂ ਹੈ ਨਾ ਵੀ ਇੱਧਰ 4 ਚੁਫੇਰੇ ਤੁਰਿਆ ਫਿਰੇ। ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਗਏ ਹੋ,
ਅਕਾਲ ਤਖਤ ਸਾਹਿਬ ਦੇ ਉੱਤੇ ਫੈਸਲਾ ਰੱਖਿਆ ਗਿਆ ਵਾ, ਅਕਾਲ ਤਖਤ ਸਾਹਿਬ 'ਤੇ ਸੁਣਵਾਈ ਹੋ ਰਹੀ ਹੈ। 8:30 ਵਜੇ ਜਦੋਂ ਫੈਸਲਾ ਸੁਣ ਲਿਆ ਗਿਆ ਤੇ ਫਿਰ ਤੁਸੀਂ ਕਹਿੰਦੇ ਹੋ ਜੀ ਇਹ ਕਮੇਟੀ ਇੱਦਾਂ ਜੀ, ਇਹਦੇ ਵਿੱਚ ਇੱਕ ਆਦਮੀ ਆ ਜੀ, ਉਹਦੀ ਉਮਰ ਘੱਟ ਹੈਗੀ। ਇੱਥੇ ਉਮਰਾਂ ਦੇ ਮਸਲੇ ਥੋੜ੍ਹੀ ਹੈਗੇ ਆ। ਉਮਰਾਂ ਦੇ ਮਸਲੇ ਦਾ ਪਾਤਸ਼ਾਹ ਨੇ ਉਦੋਂ ਹੀ ਮੁਕਾ ਦਿੱਤੇ ਸੀ ਜਦੋਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਬੜੀ ਛੋਟੀ ਉਮਰ 'ਚ ਗੁਰਕਾ ਗੱਦੀ ਦੇ ਦਿੱਤੀ ਸੀ ਵੀ ਛੋਟੀ ਉਮਰ ਵਿੱਚ ਵੀ ਹੋ ਸਕਦਾ ਹੈ ਤੇ ਉਸ ਵੇਲੇ ਵੀ ਹੋ ਸਕਦਾ ਜੇ ਜਦੋਂ ਕਿਤੇ ਉਮਰ 70 ਸਾਲਾਂ ਦੀ ਹੋਵੇ। ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਉਮਰਾਂ ਕਰਕੇ ਨਾ ਜਾਣਿਓ, ਬੰਦੇ ਨੂੰ ਉਮਰਾਂ ਕਰਕੇ ਨਹੀਂ ਜਾਣਿਆ ਜਾਂਦਾ। ਤੁਹਾਨੂੰ ਗੌਰ ਸਾਹਿਬ ਅਨੰਨ ਸੇਵਕ ਦਾ ਮੈਨੂੰ ਲੱਗਦਾ ਸਨਮਾਨ ਵੀ ਦਿੱਤਾ ਸੀਗਾ। ਮੰਦਭਾਗੀ ਗੱਲ ਹੈ, ਉਹੀ ਤਾਂ ਮੰਦਭਾਗੀ ਗੱਲ ਕਿ ਫਰਜ਼ੀ ਹੈ ਹੁਕਮ। ਮੈਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਕਹੀਏ ਨਾ ਹੁਕਮਨਾਮਾ ਸ਼੍ਰੀ ਹਜ਼ੂਰ ਸਾਹਿਬ ਤੋਂ ਮਿਲਿਆ, ਠੀਕ ਹੈ। ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦਿੱਤਾ ਵਾ, 5 ਪਿਆਰਿਆਂ ਦਿੱਤਾ ਵਾ, ਤਖਤ ਸਾਹਿਬ ਦੇ ਉੱਪਰ ਦਿੱਤਾ ਵਾ, ਠੀਕ ਹੈ ਜੀ। ਨਾਲ ਕਮੇਟੀ ਸਾਰੀ ਆ ਉਹਨਾਂ ਦਿੱਤਾ ਆਨੰਦ ਸੇਵਕ ਦਾ। ਵੈਸੇ ਜਿਹੜਾ ਮੈਨੂੰ ਐਕਚੁਅਲੀ ਹੁਕਮਨਾਮਾ ਵਾ ਉਹ ਹਜ਼ੂਰ ਸਾਹਿਬ ਤੋਂ ਮਿਲਿਆ ਹੋਇਆ, ਔਰ ਹਜ਼ੂਰ ਸਾਹਿਬ ਤੋਂ ਮਿਲਿਆ ਹੋਇਆ ਹੁਣ ਉਹ ਇੱਕ ਪ੍ਰੋਪਰ ਸਿਸਟਮ ਦੇ ਵਿੱਚ ਆ। ਕਮੇਟੀ ਦੇ ਸਿੰਘ ਸਾਹਿਬ ਦੇ ਸਭ ਦੇ ਸਾਈਨ ਹੋ ਕੇ ਪੂਰਾ ਕੰਪਲੀਟ ਕਰਕੇ ਉਹ ਇੰਨਾ ਬੜਾ 골ਡਨ ਦੇ ਕਲਰ ਦੇ ਉੱਪਰ ਉਹਨਾਂ ਬਣਾ ਕੇ ਬੜੇ ਸੁੰਦਰ ਢੰਗ ਦੇ ਨਾਲ ਜਿਹੜਾ ਨਾ ਉਹ ਦਿੱਤਾ ਹੋਇਆ ਕੀਤਾ ਵਾ। ਔਰ ਇਹ ਇਹਨਾਂ ਨੇ ਇੱਕ ਪਲੇਨ ਕਾਗਜ਼ ਦੇ ਉੱਤੇ ਟਾਈਪ ਆਪਣਾ ਜਿਹੜਾ ਲੈਟਰ ਪੈਡ ਹੁੰਦਾ ਉਹਦੇ ਟਾਈਪ ਕਰਕੇ ਤੇ ਲਿਖ ਦਿੱਤਾ ਜੀ। ਇਹ ਆਨੰਦ ਸੇਵਕ ਆ 7 ਪੀੜ੍ਹੀਆਂ ਦੀ ਗੱਲ ਕਰਤੀ ਇਹਨਾਂ ਦੇ ਜੀ। 7 ਪੀੜ੍ਹੀਆਂ ਯਾਦ ਰੱਖਣਗੀਆਂ, 7 ਪੀੜ੍ਹੀਆਂ ਇੱਦਾਂ ਹੋ ਜਾਣਗੀਆਂ, ਇੱਦਾਂ ਹੋ ਜਾਣਗੀਆਂ, ਇੱਦਾਂ ਹੋ ਜਾਏਗਾ, ਪਤਾ ਨਹੀਂ ਕੀ ਕੁਝ ਬੋਲ ਕਰਨ ਵਾਸਤੇ ਹੈ। ਮੈਂ ਤੇ ਜੋ ਸੱਚਾਈ ਵਿੱਚੋਂ ਕੱਢੀ ਹੈ ਇਹਨਾਂ ਗੱਲਾਂ ਦੇ ਵਿੱਚੋਂ ਜੀ ਇਹ ਸੋਨੇ ਦੀਆਂ ਤਾਰਾਂ ਨੇ ਜੀ ਆ ਉਹ ਆ ਤੇ ਇਹ ਚਾਹੁੰਦੇ ਸੀ ਕਿ ਮੈਂ ਵੱਧ ਤੋਂ ਵੱਧ ਇਹਨੂੰ ਖੁਸ਼ ਕਰਾਂ ਤੇ ਖੁਸ਼ ਹੋ ਕੇ ਗੱਫੇ ਦੇਵੇ। ਸੱਚੇ ਕਦੀ ਗੱਫੇ ਉਹਨਾਂ ਨੂੰ ਚਲੋ ਚੱਲਦੇ ਹੀ ਰਹੇ ਨੇ ਹੁਣ ਆਪਾਂ ਬਹੁਤ ਇਸ ਤਰੀਕੇ ਪੈਸੇ ਹੀ ਹੁੰਦੇ, ਹੋਰ ਗੱਫੇ ਕਾਹਦੇ ਹੁੰਦੇ। ਹੋਰ ਮੈਂ ਕੜਾਹ ਪ੍ਰਸ਼ਾਦ ਥੋੜ੍ਹੀ ਵੰਡਣਾ। ਘੜੀਆਂ ਵੀ ਕਹਿੰਦੇ ਸੋਨੇ ਹੀਰਿਆਂ ਵਾਲੀਆਂ, ਡਾਇਮੰਡ ਦੀਆਂ ਘੜੀਆਂ ਵੀ ਨੇ, ਸੋਨੇ ਦੀ ਧਾਗੇ ਵਾਲੀ ਲੋਈ ਵੀ ਹੈ, ਠੀਕ ਹੈ ਨਾ। ਇਸ ਤਰ੍ਹਾਂ ਬਹੁਤ ਕੁਛ ਹੈਗਾ। ਲੇਕਿਨ ਹੁਣ ਇਹੋ ਜਿਹੇ ਗੱਫੇ ਵੰਡਣੇ ਅਸੀਂ ਤਾਂ ਭਾਈ ਜਿਹੋ ਜਿਹੇ ਬੰਦੇ ਉਹੋ ਜਿਹੇ ਵੰਡਾਂਗੇ ਨਾ, ਠੀਕ ਹੈ। ਤੇ ਕੜਾਹ ਪ੍ਰਸ਼ਾਦ ਵਰਤਾਉਣਾ ਇਹਨਾਂ ਦਾ ਕੰਮ ਆ, ਠੀਕ ਹੈ। ਤੇ ਅਕਾਲ ਤਖਤ ਸਾਹਿਬ ਤੇ ਸਾਰਾ ਗਿਆ ਸੀ ਮਸਲਾ, ਉੱਥੇ ਸਾਰਾ ਕੁਝ ਦੇਖਿਆ ਗਿਆ ਸੀਗਾ ਇਸ ਚੀਜ਼ ਨੂੰ। ਇਹ ਬਕਾਇਦਾ ਜਿਹੜਾ ਸਾਰਾ ਅਕਾਲ ਤਖਤ ਸਾਹਿਬ ਦੇ ਉੱਤੇ ਦੇਖੋ ਜਦੋਂ ਮਸਲਾ ਗਿਆ ਵਾ 5 ਪਿਆਰਿਆਂ ਨੇ ਆਪਣੇ ਹੱਥਾਂ 'ਚ ਲਿਆ ਵਾ, ਇਹ ਬਕਾਇਦਾ ਇਹਦੀ ਕਾਰਵਾਈ ਚੱਲਦੀ ਰਹੀ ਆ। ਇਹ ਕਾਰਵਾਈ ਕਰੀਬ 1.25 ਮਹੀਨਾ 1.5 ਮਹੀਨਾ ਚੱਲੀ ਹੈ। 2 ਡੇਟਾਂ ਪਈਆਂ ਨੇ। ਪਹਿਲੀ ਡੇਟ ਪਈ ਜਿਸ ਦਿਨ ਮੈਂ ਵਾਪਸ ਆਇਆ ਵਾਂ ਵੀ ਨਹੀਂ ਅੱਗੇ ਇਹਨਾਂ ਨੇ ਆਹ ਕੁਛ ਕਰ ਦਿੱਤਾ ਹੈਗਾ। ਫਿਰ 24 ਡੇਟ ਪਈ, 24 ਤੋਂ ਬਾਅਦ ਕੱਲ ਫਾਈਨਲ ਡੇਟ ਪੈ ਕੇ ਕੱਲ ਫੈਸਲਾ ਆ ਗਿਆ ਹੈਗਾ। ਔਰ ਜਦੋਂ ਫੈਸਲਾ ਆਇਆ ਵੀ ਇਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਕਿਉਂਕਿ ਗੱਲ ਇੱਕ ਇਕੱਲੀ ਸ੍ਰੀ ਸਾਹਿਬ ਦੀ ਨਹੀਂ ਸੀ। ਗੱਲ ਇਹ ਸੀ ਕਿ ਲੋਕਾਂ ਕੋਲ ਪੈਸੇ ਲੈਣੇ, ਲੋਕਾਂ ਕੋਲੋਂ ਇਹੋ ਜਿਹੀਆਂ ਚੀਜ਼ਾਂ ਮੰਗਣੀਆਂ, ਠੀਕ ਹੈ ਨਾ। ਕਣਕ ਲੈ ਲੈਣੀ, ਮਕਾਨ ਬਣਾਉਣ ਦੇ ਨਾਂ 'ਤੇ ਪੈਸੇ ਲੈ ਲੈਣੇ। ਮੇਰੇ ਖਿਆਲ ਇੱਕ ਗੱਲ ਮੇਰੇ ਕੋਲ ਇਹੋ ਜਿਹੀ ਤਾਂ ਪਤਾ ਨਹੀਂ ਕਿੰਨੀ ਕੁ ਲਿਸਟ ਮੇਰੇ ਕੋਲ ਲੱਗੀ ਹੋਈ ਹੈ ਲੰਬੀ। ਜੇਕਰ ਮੈਂ ਇੱਕ ਇਹੋ ਜਿਹੀ ਗੱਲ ਕਰਾਂ ਤੇ ਮੇਰੇ ਖਿਆਲ ਧਰਤੀ ਵੀ ਸਾਨੂੰ ਸਮਾਉਣ ਲਈ ਜਗ੍ਹਾ ਨਹੀਂ ਦੇਗੀ। ਠੀਕ ਹੈ, ਤੁਹਾਡੇ ਤੇ ਵੀ ਸੇਵਾ ਲਗਾਈ ਹੈ, ਧਾਰਮਿਕ ਸੇਵਾ ਲਗਾਈ ਹੈ, ਕਿਵੇਂ ਦੇਖਦੇ? ਦੇਖੋ ਧਾਰਮਿਕ ਸੇਵਾ ਜਿਹੜੀ ਆ ਉਹ ਮੈਂ ਕਹਿੰਦਾ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਜਿਹੜੀ ਧਾਰਮਿਕ ਸੇਵਾ ਲਾਈ ਗਈ ਹੈ ਕਿ ਸ਼੍ਰੀ ਅਖੰਡ ਪਾਠ ਸਾਹਿਬ ਕਰਾਉਣਾ ਹੈਗਾ। ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿਉਂ ਕਿ ਇੰਨੇ ਬਹਾਨੇ ਨਾਲ ਸ਼੍ਰੀ ਤਖਤ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਹੋਣਗੇ। ਜੇ 3 ਦਿਨ ਉੱਥੇ ਰਵਾਂਗੇ, ਸੇਵਾ ਜਿਹੜੀ ਹੈ ਕਰਨ ਦਾ ਮੌਕਾ ਮਿਲੇਗਾ, ਸੇਵਾ ਕਰਾਂਗੇ। ਇਸ ਤੋਂ ਵੱਧ ਹੁਣ ਸਿੱਖ ਨੂੰ ਚਾਹੀਦਾ ਹੀ ਕੀ ਹੈਗਾ। ਅਸੀਂ ਤਾਂ ਅੱਗੇ ਹੀ ਪਾਤਸ਼ਾਹ ਦੇ ਝਾੜੂ ਦਰਬਾਰ ਹੈਗੇ ਹਾਂ। ਸੋ ਇਸ ਕਰਕੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਲੱਗਦਾ ਵੀ ਇਹ ਕਿਤੇ ਨਾ ਕਿਤੇ ਇੱਕ ਵਿਸ਼ਵਾਸ ਵੀ ਟੁੱਟਦਾ ਜੇ ਕੋਈ ਸ਼ਰਧਾਲੂ ਹੈ ਸੇਵਾ ਕਰਦਾ ਹੈ। ਇੱਕ ਤਾਂ ਸੇਵਾ ਕਰਕੇ ਚਲੋ ਵਾਹਿਗੁਰੂ ਤੋਂ ਕੋਈ ਅਰਦਾਸ ਬੇਨਤੀ ਕਰਦਾ, ਇੱਧਰ ਤਾਂ ਮੈਨੂੰ ਲੱਗਦਾ ਕੰਮ ਵੀ ਠੱਪ ਹੋ ਗਿਆ। ਮੈਂ ਕਿਹਾ ਜੀ ਦੇਖੋ ਵਿਸ਼ਵਾਸ ਕਰਕੇ ਹੀ ਹਰ ਸਿੱਖ ਭਾਵਨਾ ਕਰਕੇ ਕਰਦਾ ਹੈ ਸਾਰਾ ਕੁਝ। ਔਰ ਜੋ ਕੁਛ ਉੱਥੇ ਵਾਪਰਿਆ, ਜੋ ਕੁਛ ਉੱਥੇ ਹੋਇਆ ਹੈਗਾ, ਉਹਦੇ ਨਾਲ ਇੱਥੋਂ ਤੱਕ ਹੈ ਕਿ ਸੰਗਤਾਂ ਦਾ ਜਿਹੜਾ ਵਿਸ਼ਵਾਸ ਸੀ ਨਾ ਉਹ ਇੰਨਾ ਉੱਠ ਗਿਆ ਹੋਇਆ ਵਾ, ਇੰਨਾ ਉੱਠ ਗਿਆ ਹੋਇਆ ਕਿ ਇੱਕ ਮੈਨੂੰ ਬਜ਼ੁਰਗ ਨਵਾਂ ਸ਼ਹਿਰ ਦੇ ਮਿਲੇ, ਕਹਿੰਦੇ ਜੀ ਅਸੀਂ ਨਾ ਹਰ ਸਮੇਂ ਇੱਥੇ ਜਦੋਂ ਮੇਰੇ ਬੱਚੇ ਬਾਹਰੋਂ ਆਉਂਦੇ ਸੀ ਨਾ ਇਹ ਲੱਖ ਲੱਖ ਰੁਪਇਆ ਗੋਲਕ 'ਚ ਪਾ ਕੇ ਜਾਂਦੇ ਸੀ, ਪਰ ਹੁਣ ਨਹੀਂ ਅਸੀਂ ਪਾਉਣਾ। ਮੈਂ ਕਿਹਾ ਹੁਣ ਕੀ ਕਰੋਗੇ? ਕਹਿੰਦੇ ਸੀ ਆਟਾ ਲਿੱਤਾ ਹੈ, ਸਮਾਨ ਲਿੱਤਾ ਹੈ, ਅਤੇ ਬਾਬਾ ਜਿਹੜੇ ਹੈਗੇ ਪੂਰੀ ਵਾਲੇ
ਉਹਨਾਂ ਦੇ ਲੰਗਰ ਜਾ ਕੇ ਪਾਏ ਆ। ਤੁਸੀਂ ਇਹ ਦੇਖੋ ਕਿ ਕਿੱਥੋਂ ਕਿੱਥੇ ਭਾਵਨਾ ਚਲੇਗੀ ਹੈ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਨੇ। ਕਾਰਵਾਈ ਤੋਂ ਸੰਤੁਸ਼ਟ ਹੋ ਜਿਸ ਤਰੀਕੇ ਦੀ ਕਾਰਵਾਈ? ਇੱਥੋਂ ਮੈਂ ਕਹਿੰਦਾ ਇਹਨਾਂ ਆਪ ਸ਼ੁਰੂ ਕੀਤੀ ਹੈ। ਮੇਰੇ ਵੱਲ ਤੋਂ ਮੈਂ ਤੇ ਪਿੱਛੇ ਪਿੱਛੇ ਸੀ, ਤੁਸੀਂ ਅੱਗੇ ਅੱਗੇ ਚਲੋ, ਮੈਂ ਪਿੱਛੇ ਪਿੱਛੇ ਆਉਣਾ ਹੈਗਾ। ਠੀਕ ਹੈ ਨਾ। ਹੁਕਮਨਾਮਾ ਸਾਹਿਬ ਦੀ ਜੋ ਜਿਸ ਤਰੀਕੇ ਦੇ ਨਾਲ ਮਰਿਆਦਾ ਭੰਗ ਆਪਾਂ ਕਹਿ ਸਕਦੇ ਹੋਈ ਹੈ, ਜਿਸ ਤਰੀਕੇ ਦਾ ਸਾਰਾ ਕੁਝ ਹੋਇਆ, ਜੇ ਉਹਦੇ ਵਿੱਚ ਝੂਠ ਬੋਲਿਆ ਤਾਂ ਕਿਤੇ ਨਾ ਕਿਤੇ ਫਿਰ ਇੱਕ ਭ੍ਰਿਸ਼ਟਾਚਾਰ ਦਾ ਕਾਨੂੰਨੀ ਪੱਖ ਵੀ ਤਾਂ ਇੱਕ ਹੈਗਾ, ਭ੍ਰਿਸ਼ਟਾਚਾਰ, ਉਸ ਤਰੀਕੇ ਦੀ ਕੋਈ ਕਾਰਵਾਈ ਕਰ ਰਹੇ ਹੋ ਕੋਈ? ਨਹੀਂ, ਦੇਖੋ ਪਤਾ ਕੀ ਹੁੰਦਾ, ਸਿੱਖ ਦਾ ਇੱਕ ਫਰਜ਼ ਹੈ, ਸਾਡੇ ਵਾਸਤੇ, ਸਿੱਖ ਵਾਸਤੇ ਅਕਾਲ ਤਖਤ ਸਾਹਿਬ ਤੋਂ ਉੱਪਰ ਕੁਝ ਨਹੀਂ ਹੈ। ਸੁਪਰੀਮ ਕੋਰਟਾਂ ਵੀ ਸਾਡੇ ਥੱਲੇ ਨੇ ਹੁਕਮਨਾਮੇ ਦੇ, ਅਸੀਂ ਨਹੀਂ ਮੰਨਦੇ। ਜਦੋਂ ਜੋ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆ ਗਿਆ ਉਹ ਸੱਤ ਹੈ, ਉਹਨੂੰ ਪ੍ਰਣਾਮ ਹੈ। ਜੇ ਸਿੱਖਾਂ ਨੇ ਮਰਿਆਦਾ ਨਾ ਬਚਾਈ ਤੇ ਬਚਾਏਗਾ ਕੌਣ? ਠੀਕ ਹੈ, ਜੇ ਸਿੰਘ ਸਾਹਿਬਾਨਾਂ ਨੇ ਮਰਿਆਦਾ ਬਣਾ ਕੇ ਨਾ ਰੱਖੀ ਤੇ ਰੱਖੇਗਾ ਕੌਣ? ਤੁਸੀਂ ਇੱਕ ਸ੍ਰੀ ਸਾਹਿਬ ਆਈ ਆ, ਤੁਸੀਂ ਉਹਨੂੰ ਕੋਈ ਫਾਰਮੈਲਿਟੀਆਂ ਨਹੀਂ ਕਰ ਰਹੇ, ਜਿਹੜੇ ਆਏ ਨੇ ਹਾਰ ਆਏ ਨੇ ਫਾਰਮੈਲਿਟੀਆਂ ਨਹੀਂ ਉਹਦੀਆਂ ਕਰ ਰਹੇ, ਤੇ ਪੜ੍ਹ ਕੇ ਸੁਣਾਈ ਜਾ ਰਹੇ ਹੋ ਸਵਾ ਸੇਰ ਦੀ ਹੈ, ਇੰਨੇ ਦੀ ਹੈ, ਜਿੰਨੇ ਦੀ ਹੈ। ਜਿਹੜਾ ਬੰਦਾ ਦੇਣ ਵਾਲਾ ਹੈਗਾ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਸਵਾ ਸੇਰ ਕਿੰਨਾ ਹੁੰਦਾ। ਠੀਕ ਹੈ ਨਾ, ਇੱਥੋਂ ਹੀ ਸਮਝ ਲਓ। ਠੀਕ ਹੈ ਨਾ, ਵੀ ਸ਼ੱਕ ਹੋਇਆ ਸੀ ਤੁਹਾਨੂੰ ਇਦਾਂ ਵੀ? ਤੁਸੀਂ ਗੱਲ ਇੱਥੋਂ ਹੀ ਸਮਝ ਲਓ। ਠੀਕ ਹੈ ਨਾ, ਕਿ ਭਾਵੇਂ ਉਹ 5 ਗ੍ਰਾਮ ਹੀ ਉੱਤੇ ਲੱਗਾ ਹੋਵੇ, ਭਾਵੇਂ 2 ਗ੍ਰਾਮ ਉੱਤੇ ਲੱਗਾ ਹੋਵੇ, ਮਸਲਾ ਇਸ ਚੀਜ਼ ਦਾ ਨਹੀਂ ਆ। ਉਹਨੂੰ ਕਨਫਰਮ ਤਾਂ ਕਰੋ ਵੀ ਕੀ ਹੈ ਕੀ ਨਹੀਂ ਹੈਗਾ। ਤੁਸੀਂ ਹੁਕਮਨਾਮੇ 'ਚ ਸਪੈਸ਼ਲੀ ਉਹਦੇ 'ਤੇ ਲਿਖੀ ਜਾ ਰਹੇ ਹੈਗੇ ਹੋ। ਗੱਲ ਤਾਂ ਇਸ ਚੀਜ਼ ਦੀ ਆ ਨਾ ਕਿ ਇੰਨਾ ਵਾ ਜੀ, ਇੰਨਾ ਵਾ ਜੀ, ਤੇ ਫਿਰ ਹੁਕਮਨਾਮਾ ਜਾਰੀ ਕਰ ਰਹੇ ਹੋ, ਤੁਸੀਂ ਕੋਈ ਪ੍ਰਸ਼ੰਸਾ ਪੱਤਰ ਨਹੀਂ ਜਾਰੀ ਕਰ ਰਹੇ। ਉਹ ਕਹਿੰਦੇ ਡਾਕਟਰ ਸਾਹਿਬ ਨੇ ਗਲਤ ਦੱਸਿਆ ਸਾਰਾ। ਚਲੋ ਮੈਂ ਕਹਿੰਦਾ ਜੀ, ਮੈਂ ਕੱਲ ਨੂੰ ਇਹ ਕਹਿ ਦਾਂਗਾ ਵੀ ਇਦਾਂ ਕਰੋ ਜੀ, ਸੁਖਵਿੰਦਰ ਸਿੰਘ ਨੂੰ ਨਾ ਕੌਮ 'ਚੋਂ ਬਾਹਰ ਕੱਢ ਦਿਓ। ਠੀਕ ਕੱਢ ਦੋਗੇ? ਜਾਂ ਤਾਂ ਸਾਹਮਣੇ ਨੇ ਕਹਿਣਾ ਵੀ ਆ ਬਿੱਲ ਗਲਤ ਦੇ ਦਿੱਤਾ, ਫਿਰ ਵੀ ਆ ਵੀ ਇਹਨੇ ਬਿੱਲ ਸਾਨੂੰ ਗਲਤ ਦੇ ਦਿੱਤਾ, ਅਸੀਂ ਬਿੱਲ ਦੇ ਆਧਾਰ 'ਤੇ ਦੀ ਬਿੱਲ ਦਿਖਾ ਦੇਣ। ਗੱਲ ਕੁਛ ਨਾ ਕੁਛ ਤਾਂ ਹੋਵੇ ਨਾ, ਕੋਈ ਤਾਂ ਚੀਜ਼ ਹੋਵੇ। ਫਿਰ ਬਿੱਲ ਵੀ ਨਹੀਂ ਮੰਨਿਆ ਜਾਂਦਾ। ਈਵਨ ਉਹਨਾਂ ਦਾ ਬਕਾਇਦਾ ਜੇ ਹੁਣ ਚੈੱਕ ਹੋ ਸਕਦੀਆਂ, ਉਦੋਂ ਕਿਉਂ ਨਹੀਂ ਚੈੱਕ ਹੋ ਸਕਦੀਆਂ? 1 ਤਰੀਕ ਨੂੰ ਚੜਾਈ ਗਈ ਆ, ਜਾਂ ਮੈਂ ਤਾਂ ਕੁਛ ਵੀ ਕਹਿ ਦਾਂਗਾ, ਤੁਸੀਂ ਕੁਛ ਵੀ ਕਹਿ ਦੋਗੇ, ਉਹ ਕਹਿਣਾ ਤਾਂ ਮੈਂ ਨਹੀਂ ਰੱਖਦਾ ਨਾ। ਹੁਣ ਮੈਂ ਕਹਿੰਦਾ ਜੀ ਆ ਲਓ ਜੀ, ਇਹਦੇ ਵਿੱਚ ਇੰਨੇ ਹਜ਼ਾਰ ਆਹ ਕੁਛ ਆ, ਠੀਕ ਹੈ, ਇਹਦੇ ਵਿੱਚ 34,000 ਹੀਰੇ ਲੱਗੇ ਨੇ, ਤੇ ਤੁਸੀਂ 34,000 ਲਿਖ ਕੇ ਮੈਨੂੰ ਦੇ ਦੋਗੇ? ਹੁਕਮਨਾਮਾ ਹੈ, ਇਹ ਕੋਈ ਛੋਟੀ ਜੀ ਗੱਲ ਨਹੀਂ ਹੈ। ਗੱਲ ਹੁਕਮਨਾਮੇ ਦੇ ਅੜਦੀ ਹੈ। ਗੱਲ ਇਸ ਦੇ ਉੱਤੇ ਨਹੀਂ ਹੈਗੀ ਵੀ ਇਹਦਾ ਵੇਟ ਕਿੰਨਾ ਸੀ ਜਾਂ ਕਿੰਨਾ ਨਹੀਂ ਸੀ, ਕਿੰਨੇ ਬਣਾਈ ਸੀ, ਕਿੰਨੇ ਨਹੀਂ ਬਣਾਈ ਸੀ। ਉਹ ਇਸ਼ੂ ਨਹੀਂ ਹੈ। ਇਸ਼ੂ ਹੁਕਮਨਾਮੇ ਦਾ ਵਾ ਸਾਰਾ, ਵੀ ਹੁਕਮਨਾਮੇ 'ਤੇ ਤੁਸੀਂ ਲਿਖਿਆ ਹੈਗਾ, ਜੋ ਹੁਕਮਨਾਮੇ 'ਤੇ ਲਿਖਿਆ ਉਹ ਨਹੀਂ ਪਾਇਆ ਗਿਆ। ਬਸ ਗੱਲ ਇੰਨੀ ਹੈ। ਜੋ ਤੁਸੀਂ ਹੁਕਮਨਾਮਾ ਲਿਖਿਆ ਉਹ ਹੁਕਮਨਾਮੇ 'ਤੇ ਨਹੀਂ ਪਾਇਆ ਗਿਆ। ਠੀਕ ਹੈ। ਫਿਰ ਇਸ ਤੋਂ ਇਲਾਵਾ ਕਿਸੇ ਕੋ ਅਰਦਾਸ ਕਰਾਉਣ ਗਏ ਨੇ, ਉਹ ਕਹਿੰਦੇ ਜੀ ਇਹ ਅਰਦਾਸ ਕਰਾਈ ਤੇ ਇਹਨਾਂ ਨੇ ਚੁੱਕ ਕੇ ਪੈਸੇ ਬੋਝ ਵਿੱਚ ਪਾ ਲਏ। ਠੀਕ ਹੈ ਜੀ, ਅਰਦਾਸ ਕਰਕੇ ਤੇ ਗੋਲਕ ਵਿੱਚ ਪਾਉਣੇ ਸੀ, ਗੋਲਕ ਦੀ ਬਜਾਏ ਇਹਨਾਂ ਨੇ ਆਪਣੇ ਵਿੱਚ ਬੋਝ 'ਚ ਪਾ ਲਏ। ਮਤਲਬ ਇਸ ਤਰ੍ਹਾਂ ਦੀਆਂ ਕੰਪਲੇਂਟਾਂ ਲਾ ਪਾ ਕੇ ਨਾ ਮੇਰੇ ਕੋਲ ਐਡਾ ਬੰਡਲ ਬਣ ਗਿਆ ਸੀਗਾ। ਤੇ ਸਿੰਘ 5 ਪਿਆਰੇ ਵੀ ਵਿਚਾਰ ਕੇ ਨਾ ਤੇ ਵਿਚਾਰੇ 8 ਘੰਟੇ ਲੱਗ ਗਏ ਵੀ ਕਰੀਏ ਕੀ ਹੁਣ। ਠੀਕ ਹੈ, ਉਹ ਉਹਨਾਂ ਜਿਹੜੀਆਂ ਭ੍ਰਿਸ਼ਟਾਚਾਰ ਦੇ ਦੋਸ਼ ਆ ਨਾ ਲਾਏ ਉਹਨਾਂ ਨੇ, ਉਹ ਉਹਨਾਂ ਤੋਂ ਲਾਏ ਨੇ, ਜਿਹੜੇ ਕਿ ਮਤਲਬ ਕਿ ਕਣਕਾਂ ਲੋਕਾਂ ਕੋਲ ਲਿਆਂਦੀਆਂ ਨੇ, ਪੈਸੇ ਲੋਕਾਂ ਕੋਲ ਲਿਆਂਦੇ ਨੇ, ਫਰਜ਼ੀ ਰਸੀਦਾਂ ਕੱਟ ਕੇ ਦਿੱਤੀਆਂ ਨੇ। ਠੀਕ ਹੈ ਨਾ। ਔਰ ਮੈਂ ਇੱਕ ਦਾ ਤਾਂ ਨਾਂ ਲੈਤਾ, ਬਾਕੀ ਜੇ ਮੈਂ ਨਾਂ ਨਹੀਂ ਲੈਣੇ, ਕੋਈ ਸਟਾਕ ਬਹੁਤ ਸਾਂਭ ਕੇ ਰੱਖਣਾ ਪੈਂਦਾ ਨਾ ਜੀ। ਠੀਕ ਹੈ। ਤੇ ਇਹ ਕਈ ਚੀਜ਼ਾਂ ਨੇ, ਕੱਲੀਆਂ ਹੁਣ ਸ੍ਰੀ ਸਾਹਿਬ ਦਾ ਮਸਲਾ ਨਹੀਂ ਸੀ ਰਹਿ ਗਿਆ। ਠੀਕ ਹੈ, ਇਹ ਸਾਰਾ ਹੀ ਮਸਲਾ ਜਿਹੜਾ ਵਾ ਉਹ ਟੋਟਲੀ ਜਿਹੜਾ ਪੱਖ ਹੀ ਹੋਰ ਲੈ ਚੁੱਕਾ ਸੀ ਵੀ ਇੱਕ ਪਾਸੇ ਨਹੀਂ, ਸਾਰੇ ਹੀ ਪਾਸੇ ਇਹਨਾਂ ਨੇ ਠੱਗੀਆਂ ਜਿਹੜੀਆਂ ਕਹਿ ਲਓ ਕਿ ਉਹ ਮਾਰੀਆਂ ਹੋਈਆਂ ਨੇ। ਠੀਕ ਹੈ, ਤੇ ਜਿਹਦੇ ਨਾਲ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਨੁਕਸਾਨ ਆ। ਕੀ ਅਸੀਂ ਮੂੰਹ ਵਿਖਾਈਏ, ਕੀ ਕਹੀਏ ਲੋਕਾਂ ਨੂੰ ਵੀ ਸਾਡੇ ਸਿੰਘ ਸਾਹਿਬ ਨੇ ਇੱਦਾਂ ਕਰਦੇ ਨੇ? ਲੋਕਾਂ ਦੇ ਘਰੋਂ 10 ਬੋਰੀਆਂ ਕਣਕ ਦੀਆਂ ਲੈ ਕੇ ਫਿਰ ਬਾਅਦ ਵੇਚ ਦਿੰਦੇ ਨੇ ਹੈਗੇ ਨੇ। ਕੀ ਅਸੀਂ ਕਰੀਏ ਵੀ ਉਹ 21,000 ਰੁਪਇਆ ਮਾਤਾ ਕੋ ਫੜ ਕੇ ਤੇ ਬੁੱਝ ਪਾ ਲੈਂਦੇ, ਅਰਦਾਸ ਕਰਦੇ ਨੇ? ਇਹ ਕਿਹੜਾ ਸਿਸਟਮ ਚੱਲ ਪਿਆ ਵਾ? ਇਹ ਕੀ ਕੰਮ ਹੋਣ ਲੱਗ ਪਿਆ ਵਾ? ਇਹ ਸਾਡੇ ਸਿੰਘ ਸਾਹਿਬ ਜਦੋਂ ਮਰਜ਼ੀ ਹੈਗਾ ਹੁਕਮਨਾਮਾ ਲਿਖ ਦਿੰਦੇ ਨੇ। ਠੀਕ ਹੈ ਨਾ, ਜੋ ਮਰਜ਼ੀ ਲਿਖ ਦੇਣ। ਮੈਂ ਜੋ ਮੰਨ ਲਓ ਕੋਈ ਵੀ ਬੰਦਾ ਤੁਸੀਂ ਕਹੀ ਜੋ ਇੰਨਾ ਜੋ ਕੁਝ, ਇਹਦਾ ਮੈਨੂੰ ਹੁਕਮਨਾਮਾ ਹੋ ਜਾਏਗਾ? ਹੁਕਮਨਾਮਾ ਇੱਕ ਸਿੱਖ ਕੌਮ ਦੀ ਜਿੰਦ ਜਾਨ ਆ। ਸਿੱਖ ਕੌਮ ਹੁਕਮਨਾਮੇ ਦੇ ਸਿਰ ਲਵਾ ਦਿੰਦੀ ਹੈ, ਤੇ ਹੁਕਮਨਾਮਾ ਛੋਟੀ ਜੀ ਗੱਲ, ਤੁਸੀਂ ਹੁਕਮਨਾਮਾ ਜਾਰੀ ਕਰ ਦਿੱਤਾ। ਠੀਕ ਹੈ ਜੀ, ਅੱਜ ਤੁਸੀਂ ਕਹੋ ਮੈਂ ਨਹੀਂ ਜੀ ਕੀਤਾ, ਤੇ ਸਾਰਾ ਦੇ ਲਾਈਵ ਪੜ੍ਹ ਕੇ ਸੁਣਾਇਆ ਹੈਗਾ, ਮੰਨਣਾ ਕਿੱਧਰ ਨਹੀਂ ਹੈਗਾ। ਬਿਲਕੁਲ। ਤਾਂ ਇਹ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੇ ਸੇਵਾ ਭਾਵਨਾ ਦੇ ਨਾਲ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਿੱਚ ਜਾ ਕੇ ਭੇਂਟ ਕੀਤੀਆਂ
ਵਸਤਾਂ। ਪਰ ਉੱਥੇ ਜਾ ਕੇ ਜੋ ਇਹ ਸੀਨ, ਜੋ ਇਹ ਵਿਵਾਦ ਬਣਿਆ, 5 ਸਿੱਖ ਸਾਹਿਬਾਨਾਂ ਦੇ ਵੱਲੋਂ, 5 ਪਿਆਰਿਆਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਗਿਆਨੀ ਜਥੇਦਾਰ ਰਣਜੀਤ ਸਿੰਘ ਗੌਰ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਹਾਲਾਂਕਿ ਧਾਰਮਿਕ ਸੇਵਾ ਡਾਕਟਰ ਗੁਰਵਿੰਦਰ ਸਿੰਘ ਉਹਨਾਂ ਨੂੰ ਵੀ ਲਾਈ ਹੈ, ਪਰ ਉਹ ਕਹਿੰਦੇ ਮੈਂ ਖੁਸ਼ ਹਾਂ ਕਿ ਜੋ ਮਰਿਆਦਾ ਭੰਗ ਕੀਤੀ ਗਈ ਸੀ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਸ ਤਰੀਕੇ ਦੇ ਹੁਕਮ ਆਏ ਨੇ, ਜਿਸ ਤਰੀਕੇ ਦੇ 5 ਪਿਆਰਿਆਂ ਦੇ ਵੱਲੋਂ ਇਹ ਜੋ ਫਰਮਾਨ ਜਾਰੀ ਕੀਤਾ ਗਿਆ, ਹੁਕਮ ਜਾਰੀ ਕੀਤਾ ਗਿਆ, ਮੈਂ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦਾ ਹਾਂ। ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਕਰਤਾਰਪੁਰ।